सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाय। होवै सिफत खसामदी, नूर अरसों कुरसों चटियै। तुद डिठे सचे पातशाह, मल जन्म जन्म देह कटियै। सतनाम धन वाहे गुरु साहिब जीओ। जो तुम गिरवर तो हम मोरा, जो तुम चंद तो हम पै हैं चकोरा। माधवे तुम ना तो रहो, तो हम नहीं तो रहें। तुम स्यों तोर कवन स्यों जो रहें रहाओ। जो तुम दीवरा तो हम बाती, जो तुम तीरथ तो हम जाति। साची प्रीत हम तुम स्यों जोरी, तुम स्यों जोर अवर संग तोरी। जह जह जाऊं तहाँ तेरी सेवा, तुम स्यों ठाकुर और ना देवा। तुमरे भजन कटह जम फांसा, भगत हेत गावै रविदासा। तुमरे भजन कटह जम फांसा, भगत हेत गावै रविदासा। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी हाजरी पर रहे हो। सन्मान योग भाई साहब जी सतगुरां दे अमृत बचन कीर्तन सरवण करा रहे सन। सतगुर दया करे सुख दाता, हम लावै आपन पाले। बड़े भावपूरत और संखेप सरल शब्दां विच आप जी नाल शब्द विचार कर रहे सन। सिर्फ दास इको बेनती करेगा कि इस अमृत शब्द नूं जदों आपां पढ़ने खां, अंदले दा अर्थ बिल्कुल सौखा है कि जिस दियां अखां दी जोत खत्म हो जाए। हजूर ने इस विच बाहर दे नेत्र नहीं, अंदर दियां अखां तो कुछ नज़र नहीं आउंदा पिया। ते जदों किसे बंदे नूं नज़र ना आवे ते बाहर दृष्टमान दी पहचान नहीं हुंदी, ते अन्ना बंदा कई वारी भुलेखे विच आके बर्तन नूं हथ पाए ते अमृत दी थां ते जहर मूँह नाल ला लैंदा है, क्योंकि उहदे कोल अखां नहीं, पहचान नहीं उहदे कोल।
ਹਜ਼ੂਰ ਨੇ ਇੱਥੇ ਜਿਹੜੇ ਸ਼ਬਦ ਵਰਤੇ ਉਹ ਅੰਮ੍ਰਿਤ ਬਚਨ। ਕਹਿਣ ਲੱਗੇ ਅਸੀਂ ਆਤਮਿਕ ਤੌਰ 'ਤੇ ਅੰਨ੍ਹੇ ਖਾਂ। ਅਤੇ ਮੇਰੇ ਮਨ 'ਚ ਆਇਆ ਕਿ ਜਦੋਂ ਬੰਦੇ ਦੀਆਂ ਅੱਖਾਂ ਨਾ ਹੋਣ ਤਾਂ ਉਹ ਇੱਕੋ ਗੱਲ ਕਹੇਗਾ, ਮਾਲਕ ਮੈਨੂੰ ਵੇਖਣ ਵਾਲੀ ਜੋਤ ਦੇ, ਮੈਨੂੰ ਨੇਤਰ ਦੇ। ਪਰ ਇਹਦੇ ਵਿੱਚ ਇਹ ਨਹੀਂ ਮੰਗਿਆ ਗਿਆ ਕਿ ਮੈਨੂੰ ਜੋਤ ਦੇ। ਸਤਿਗੁਰੂ ਇੱਕੋ ਬਚਨ ਕਰਦੇ ਨੇ, ਮਾਲਕ ਕਿਰਪਾ ਕਰ, ਮੈਂ ਜੋਤ ਅੱਖਾਂ ਦੀ ਮੰਗਣ ਨਹੀਂ ਆਇਆ, ਮੈਂ ਤੇਰਾ ਪਾਲੀ ਦਾ ਅਰਥ ਪੱਲਾ ਲੜ ਮੰਗਣ ਆਇਆ। ਅੱਖਾਂ ਤੇਰੀਆਂ ਨਾਲ ਦੇਖਾਂਗਾ ਤੇ ਪੈਰਾਂ ਆਪਣਿਆਂ ਨਾਲ ਚੱਲਾਂਗਾ, ਮੈਨੂੰ ਭੁਲੇਖਾ ਨਾ ਪੈ ਜਾਏ ਕਿਤੇ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਚਾਲੀ ਦਾ ਅਰਥ ਹੈ ਗੁਰੂ ਦੀ ਦਸੀ ਰਹੁ ਰੀਤ ਮਰਿਆਦਾ। ਸਤਿਗੁਰ ਦਇਆ ਕਰੇ ਸੁਖ ਦਾਤਾ, ਸੁੱਖਾਂ ਦਾ ਦਾਤਾ ਤਰਸ ਕਰੇ। ਹਮ ਲਾਵੇ ਆਪਨ ਪਾਲੀ, ਸਾਨੂੰ ਆਪਣਾ ਪੱਲਾ ਪਕੜਾ ਦੇਵੇ। ਤੇ ਨਾਲ ਬਚਨ ਕੀਤਾ, ਭਾਈ ਜੇ ਪੱਲਾ ਪਕੜਨੀ ਤੇ ਆ ਗੱਲ ਮੇਰੀ ਮੰਨ ਲੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਤੂੰ ਗੁਰੂ ਦੀ ਦਸੀ ਚਾਲੀ ਤੇ ਚੱਲ। ਹੁਣ ਇੱਥੇ ਪਹਿਲਾ ਸਵਾਲ ਸੀ ਕਿ ਗੁਰੂ ਦੀ ਚਾਲੀ ਤੇ ਕਿਵੇਂ ਚੱਲੀਏ, ਪਰ ਅੱਗੇ ਦੀ ਵਿਆਖਿਆ ਕੀਤੀ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਜੋ ਗੁਰੂ ਕਹਿ ਦੇਵੇ ਉਹਦੇ ਤੇ ਤਰਕ ਨਾ ਚਾ, ਤਰਕ ਮਤ ਕਰ। ਭਰਮੀਆਂ ਚਾ ਆਪਣੇ ਭਰਮ ਦੇ ਭੁਲੇਖੇ ਚੁੱਕ ਦੇ। ਜੋ ਗੁਰੂ ਨੇ ਕਹਿ ਦਿੱਤਾ, ਜੋ ਗੁਰ ਕਹੇ ਸੋਈ ਭਲ ਮਾਨੋ, ਤਰਕ ਨਾ ਕਰ। ਜੋ ਗੁਰੂ ਨੇ ਕਹਿ ਦਿੱਤਾ ਸਤ ਬਚਨ ਕਹੇ। ਮਹਾਰਾਜ ਕਹਿੰਦੇ ਨੇ ਜੇ ਇਹਨੂੰ ਮੰਨ ਲਵੇਂਗਾ ਤੇ ਗੁਰੂ ਦੀ ਚਾਲੀ ਤੇ ਜ਼ਰੂਰ ਚੱਲੇਗਾ। ਆਓ ਅਸੀਂ ਪਿਛਲੇ ਕੁਝ ਦਿਨਾਂ ਤੋਂ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਜਿਹੜਾ ਸੋਰਠ ਰਾਗ ਦਾ ਸ਼ਬਦ ਜਿਸ ਦਾ ਪਾਠ ਆਪ ਨੇ ਹੁਣੇ ਸਰਵਣ ਕੀਤਾ ਹੈ ਕਿ ਜਾਓ ਤੁਮ ਗਿਰਵਰ ਤੋ ਹਮ ਮੋਰਾ, ਇਸ ਦੀ ਵਿਚਾਰ ਕੱਲ ਸ਼ਾਮ ਦੇ ਦੀਵਾਨ ਰਿਵਰ ਸਾਈਡ ਗੁਰੂ ਘਰ ਵਿਖੇ ਆਰੰਭ ਕੀਤੀ ਸੀ। ਉੱਥੇ ਅਸੀਂ ਸ਼ਬਦ ਦੇ ਅੰਤਲੇ ਦੋ ਪਦੇ ਇਹ ਨਹੀਂ ਸਨ ਵਿਚਾਰੇ, ਇਸ ਸ਼ਬਦ ਨੂੰ ਮੁਕੰਮਲ ਵਿਚਾਰ ਸਕੀਏ ਤੇ ਇਹਨਾਂ ਸ਼ਬਦਾਂ ਦਾ ਵਿਆਖਿਆ ਵਿਸਤਾਰ ਕਰ ਸਕਾਂ। ਜੋ ਦੋ ਪਦੇ ਰਹਿੰਦੇ ਨੇ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਬਖਸ਼ੋ ਆਸੀਸ। ਕਿਉਂਕਿ ਭਾਈ ਸਾਹਿਬ ਕਹਿ ਰਹੇ ਸਨ, ਮਤ ਕੋਈ ਸਮਝੇ ਮੈਂ ਬਹੁਤ ਕੋਈ ਜਾਣਨਾ। ਸੱਚ ਇਹ ਵੇ ਜਿਹੜਾ ਜਾਣਦਾ ਹੈ ਉਹਦੇ ਪੱਲੇ ਕੁਛ ਨਹੀਂ ਹੁੰਦਾ। ਤੇ ਯਾਦ ਰੱਖੋ ਕਿ ਜਿਹੜਾ ਇਹ ਦਾਵਾ ਕਰੇ ਮੈਂ ਜਾਣਨਾ, ਉਹਦੇ ਪੱਲੇ ਕੁਛ ਨਹੀਂ। ਜਿਹੜਾ ਜਾਣਦਾ ਉਹ ਕਦੀ ਦਾਅਵੇ ਨਹੀਂ ਕਰਦਾ। ਗੁਰੂ ਸਾਹਿਬ ਨੇ ਕਿਤੇ ਦਾਵਾ ਨਹੀਂ ਕੀਤਾ ਮੈਂ ਜਾਣ ਲਿਆ। ਮੈਂ ਤਾਂ ਇੱਕ ਦਿਨ ਬੇਨਤੀ ਕੀਤੀ ਕਿ ਸਭ ਤੋਂ ਜ਼ਿਆਦਾ ਨੰਨਾ ਅੱਖਰ ਦੀ ਵਰਤੋਂ ਗੁਰਦੇਵ ਨੇ ਜਪਜੀ ਸਾਹਿਬ 'ਚ ਕੀਤੀ। ਤੁਸੀਂ ਪਾਠ ਕਰੋ, ਸਭ ਤੋਂ ਜ਼ਿਆਦਾ ਨੰਨਾ ਅੱਖਰ, ਪਰ ਉੱਥੇ ਨਾ ਵਾਚਕ ਨਹੀਂ, ਉਸ ਨੰਨੇ ਅੱਖਰ ਰਾਹੀਂ ਵੀ ਰੱਬ ਦੀ ਸਿਫਤ ਕਰ ਦਿੱਤੀ। ਉੱਥੇ ਨੰਨਾ ਨੈਗੇਟਿਵ ਨਹੀਂ, ਨਕਾਰਾਤਮਕ ਨਹੀਂ, ਉਸ ਨੰਨੇ ਅੱਖਰ ਰਾਹੀਂ ਵੀ ਪ੍ਰਮਾਤਮਾ ਨੂੰ ਸਲਾਹਿਆ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਏ, ਇਹਦੇ ਵਿੱਚ ਸਿਫਤ ਕੀਤੀ ਗਈ। ਮੈਂ ਨਹੀਂ ਕਹਿ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਨਾ ਆਵੇ ਤੋਟ। ਇਹਦੇ ਵਿੱਚ ਵੀ ਕਿਹਾ ਕਿ ਨਹੀਂ ਕਹਿ ਸਕਦਾ ਕੋਈ। ਜੇ ਖੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਇਹਦੇ ਵਿੱਚ ਸਿਫਤ ਹੈ ਕਿ ਮੈਂ ਨਹੀਂ ਕਹਿ ਸਕਦਾ। ਬਸ ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਮਝ ਨਾ ਪਈ ਉਹਨਾਂ ਨੇ ਸਿਰ ਫੇਰ ਦਿੱਤਾ, ਰੱਬ ਹੈ ਨਹੀਂ। ਜਿਨ੍ਹਾਂ ਨੂੰ ਸਮਝ ਪੈ ਗਈ ਉਹਨਾਂ ਸਿਰ ਫਾੜ ਦਿੱਤਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਨ੍ਹਾਂ ਨੂੰ ਨਾ ਲੱਭਾ, ਸਮਝ ਨਾ ਪਈ, ਉਹਨਾਂ ਕਿਹਾ ਨਾਸਤਕ ਬਣ ਗਏ, ਨਹੀਂ। ਜਿਨ੍ਹਾਂ ਨੂੰ ਸਮਝ ਪਈ ਉਹਨਾਂ ਕਿਹਾ ਬਿਲਕੁਲ ਨਹੀਂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਸੀਮ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਕਹਿਣ ਤੋਂ ਪਹਿਲਾਂ ਆਪ ਜੀ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ
परमेश्वर नूं पाउण दी जुगत वसीला सिर्फ अंदर दा प्रेम मन्निया गया है। भगत साहब ने इस शब्द विच परिपूर्ण परमात्मा दे सन्मुख खलो के ये बेनती की, परमेश्वर जे तुसी प्रीत ना तोड़ो ते असी कदी भी नहीं तोड़ांगे। इहदा मतलब मैं रात अर्ज की सी कि प्रभु मेरे कोल अपने वस नहीं, ये प्रीत दी दात भी तुसी दिती है। जे तुसी कृपा करके प्रीत दियां तनावां खिंची रखोगे तो मेरा अंदर कदी भी तुहाडे तो टुटेगा नहीं। फिर बचन कीते कि तुसी किसे रूप विच आ जाओ, मान लो तुसी पहाड़ बनो ते मोर बन के तुहानू प्यार करांगा। आप चंद्रमा बनो, चकोर बन के तुहानू मुहब्बत करांगा। आप दीपक दा रूप, दीवे दा रूप धारण करो, बत्ती बन के तुहाडे च मुहब्बत करांगा। आप तीरथ ते जाओ, यात्री बन के आवांगा। सच एवे कि मैं सच्ची प्रीत तेरे नाल कीती, बाकी तां सब पासा मैं छड़ दिता है। असी इत्थों तक विचार चुके सां। अज जिहड़े असी पदे पढ़ने ने वो है कि साची प्रीत हम तुम स्यों जोरी, सच्ची मुहब्बत तुहानू कीती है। तुम स्यों जोर अवर संग तोरी, तुहाडे नाल मुहब्बत करन तो बाद बाकी मोह वालियां तंदां असी सारियां तोड़ दित्तियां। आओ इन्हां दो पवित्र पदियां नू धन गुरु ग्रंथ साहिब दी अमृत बाणी च दास कई वारी बेनती करदा है कि प्रेम धक्के नाल नहीं लगदा, न्यों जोरां नाल नहीं लगदा। ये ओदा तरस होवे ते किसे अंदर ओनू मुहब्बत करन दी तांग पैदा हो जाए। असी हजूर दी बाणी विच जपजी साहिब दा पाठ करदे हां। सतगुरु दी एक पौड़ी विच प्रश्नोत्तरी रूप विच पढ़ने हां, प्रश्न ते उत्तर। सतगुरु जी दे बचन ने कि उस परिपूर्ण परमात्मा वैगुरु नाल जेकर किसी ने गल करनी होवे, उसनू अपने अंदर दी वेदना सुनानी होवे ते अपनी जबान तो किहड़े अल्फाज, किहड़े वाक, किहड़े लफज, किहड़े शब्दां दी वरतों करे कि मालक सुन लै। जिवें कि वख-वख धर्मां ने कह दिता कि जेकर कोई संस्कृत बोलेगा ये देववाणी है, किसी ने कह दिता अरबी ये ही रब दी बोली है, किसी ने अपने कोलों होर कोई शब्द वरते। परमात्मा दी बोली केवल पंजाबी, केवल आपां अरबी, संस्कृत, स्पैनिश, फारसी जां अंग्रेजी नहीं। गुरु नानक साहिब जी ने इक्को गल कही कि परमात्मा दी बोली केवल प्रेम है, ते जिहदे अंदर प्रेम पैदा हो जाए अखरां दा जामा जेड़ा भी पहना दिओ परमात्मा वो स्वीकार करदा है। लफ्ज़ बाहर दे कोई भी खोण। हजूर दे अमृत बचन असी पढ़ने खां कि साचा साहिब साच नाए। सतगुरां दी अमृत पौड़ी जपजी साहिब दी परिपूर्ण परमात्मा सच है, ओदा नाम ना ओदा नाम भी सच है। साचा साहिब साच नाए ते अगले बचन ने भाख्या, भाख्या दा अर्थ है बोली, ओदे बोलण दा तरीका ते अगे किसे बाहर मुखी भाषा का जिक्र नहीं किया। भाओ, भाओ दा अर्थ प्रेम, भाख्या भाओ अपार। ओ प्रभु जिस दा अज तक किसे अंत नहीं पाया, परमात्मा दी बोली केवल प्यार है, प्रेम है, ते जिन्ने प्यार किया उन्होंने पा लिया। फिर थोड़ा जिहा ध्यान नाल कि साचा साहिब साच नाए, भाख्या भाओ अपार, आखें मंगें। असी आखने आ प्रभु दे दर तो मंगने खां ते ओ सुनन तो बाद दात देंदा है। आखें मंगें देह देह, दात करे दातार। फिर महाराज कहते जे तेरा ही दिता है फिर के अगे रखिए, केड़ी चीज़ तुहाडे सामने भेटा रखिए, फिर के अगे रखिए। जित दिसै दरबार, मोह के बोलन बोलीए, जित सुन धरे प्यार। ते अगे उत्तर दिता एक काम कर, जे ओदे नाल गलबात करनी है अमृत वेला सच नाओ, वडियाई विचार, करमी आवे कपड़ा नदरी मुख द्वार। अमृत वेला सच्चे नाम दी वडियाई, सच्चे नाम दा चिंतन, सच्चे नाम दी बंदगी, बस एक है ओदे तक मिलन दा वसूला।
ਇੱਥੇ ਇੱਕ ਬੇਨਤੀ ਹੋਰ ਕਰਾਂ, ਅਸੀਂ ਚੋਜੀ ਪ੍ਰੀਤਮ ਦੀ ਅੰਮ੍ਰਿਤ ਬਾਣੀ ਪੜ੍ਹਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਤੇ ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰਨੇ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਖਾਸ ਕਰਕੇ ਜਾਪ ਸਾਹਿਬ ਦਾ ਪਾਠ ਕਰਦੇ ਹਾਂ। ਤੇ ਮੈਂ ਇੱਕ ਬੇਨਤੀ ਹਰ ਥਾਂ ਤੇ ਕਰਨਾ ਕਿ ਗੁਰੂ ਦੇ ਬਖਸ਼ੇ ਹੋਏ ਨਿਤਨੇਮ ਨੂੰ ਕਦੀ ਆਪਣੀ ਜ਼ਿੰਦਗੀ 'ਚ ਖੰਜਾਇਓ ਨਾ। ਜਿਸ ਬੰਦੇ ਨੇ ਨਿਤਨੇਮ ਦਾ ਪੱਲਾ ਪਕੜ ਲਿਆ ਨਾ, ਨੇਮ ਨਾ ਛੱਡਿਓ, ਇੱਕ ਦਿਨ ਮਾਲਕ ਦੀ ਕਿਰਪਾ ਜ਼ਰੂਰ ਵਰਤੇਗੀ। ਅਸੀਂ ਹੁਣ ਜਾਪ ਸਾਹਿਬ ਦਾ ਪਾਠ ਕਰਨੇ। ਜਾਪ ਸਾਹਿਬ 'ਚ ਕੀ ਹੈ? ਹਜ਼ੂਰ ਦੀ 199 ਬੰਦ ਮਹਾਰਾਜ ਜੀ ਨੇ ਦਿੱਤੇ ਨੇ, ਤੇ 22 ਤਰ੍ਹਾਂ ਦੇ ਛੰਦ ਮਹਾਰਾਜ ਜੀ ਨੇ 22 ਛੰਦ ਵਰਤੇ ਨੇ, ਪਰ ਛੰਦਾਂ ਦੀ ਵਣਕੀ 10 ਤਰ੍ਹਾਂ ਦੀ ਹੈ। ਕੋਈ ਛੰਦ ਦੁਬਾਰਾ ਆਏ, ਜਿਨ੍ਹਾਂ ਵਿੱਚ ਛਪੈ ਛੰਦ ਇੱਕ ਵਾਰੀ ਆਉਂਦਾ ਹੈ, ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ, ਚਰਪਟ ਛੰਦ, ਰੁਵਾਲ ਛੰਦ, ਮੱਧ ਭਾਰ ਛੰਦ, ਭਗਵਤੀ ਛੰਦ, ਰਸਾਵਲ ਛੰਦ, ਹਰ ਬੋਲ ਮਨਾ ਛੰਦ, ਇੱਕ ਅਛਰੀ ਛੰਦ। ਇਹ 10 ਤਰ੍ਹਾਂ ਦੇ ਛੰਦਾਂ ਦੀ ਵਰਤੋਂ ਕੀਤੀ ਹੈ। ਫਿਰ ਦੇਖੋ ਕਿਰਪਾ ਹੋਰ ਕੀਤੀ, ਜਿਹੜੀ ਲਫ਼ਜ਼ਾਂ ਕਰਕੇ ਲੋਕ ਈਰਖਾ ਕਰਦੇ ਸਨ, ਉਸ ਈਰਖਾ ਤੋਂ ਵੀ ਬਚਾ ਦਿੱਤਾ। ਉਹ ਲਫ਼ਜ਼ ਇਹ ਸਨ ਕਿ ਇਸਲਾਮ ਅਰਬੀ ਨੂੰ ਸਵੀਕਾਰਦਾ ਹੈ ਤੇ ਹਿੰਦੂ ਸੰਸਕ੍ਰਿਤ ਦੀ ਗੱਲ ਕਰਦਾ ਹੈ। ਸਤਿਗੁਰੂ ਨੇ ਜਾਪ ਸਾਹਿਬ ਵਿੱਚ ਅਰਬੀ ਵੀ ਵਰਤੀ, ਫਾਰਸੀ ਵੀ ਵਰਤੀ, ਸਤਿਗੁਰੂ ਨੇ ਬ੍ਰਿਜ ਭਾਸ਼ਾ ਵੀ ਵਰਤੀ ਤੇ ਸੰਸਕ੍ਰਿਤ ਦੇ ਨਿਰੋਲ ਸ਼ਬਦ ਵੀ ਵਰਤੇ। ਜਿਵੇਂ ਅਸੀਂ ਪੜ੍ਹਦੇ ਹਾਂ, ਕੇਸਰ ਬੱਤਰ ਦੇਸੈ, ਕੇਸਰ ਬੱਤਰ ਭੇਸੈ, ਕੇਸਰ ਬੱਤਰ ਗਾਉਨੈ, ਕੇਸਰ ਬੱਤਰ ਭਉਨੈ, ਨਿਰੋਲ ਸੰਸਕ੍ਰਿਤ। ਤੇ ਜਦੋਂ ਅਸੀਂ ਪੜ੍ਹਦੇ ਹਾਂ, ਗਨੀਮੁਲ ਸ਼ਿਕਸਤੇ, ਗਰੀਬੁਲ ਪ੍ਰਸਤੇ, ਬਿਲੰਦੁਲ ਮਕਾਨੇ, ਜ਼ਮੀਨੁਲ ਜ਼ਮਾਨੇ, ਇਹ ਹਜ਼ੂਰ ਨੇ ਫਾਰਸੀ ਲੈ ਲਈ। ਤੇ ਉੱਥੇ ਦਾਤਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਰਿਪੂਰਨ ਪਰਮਾਤਮਾ ਹਰ ਥਾਂ ਤੇ ਪ੍ਰੇਮ ਰੂਪ ਹੋ ਕੇ ਵਿਆਪਕ ਹੈ, ਮਜਬੂਰੀ ਨਹੀਂ। ਯਾਦ ਰੱਖਿਓ, ਕਈ ਵਾਰੀ ਕੋਈ ਬੰਦਾ ਟਿਕਦਾ ਕਹਿੰਦਾ ਮੈਨੂੰ ਮਜਬੂਰੀ ਨਾ ਰਹਿਣਾ ਪਿਆ, ਪਰਮਾਤਮਾ ਕਿਤੇ ਮਜਬੂਰੀ ਨਹੀਂ। ਜਤਰ ਤਤਰ ਦਿਸ਼ਾ ਵਿਸ਼ਾ, ਜਿੱਥੇ ਕਿੱਥੇ 4 ਦਿਸ਼ਾਵਾਂ ਤੇ ਇਹਨਾਂ ਦੇ ਕੋਨੇ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ, ਉਹ ਪ੍ਰੇਮ ਰੂਪ ਹੋ ਕੇ ਫੈਲਿਆ। ਇਸੇ ਤਰ੍ਹਾਂ ਸਤਿਗੁਰੂ ਦਾ ਅਸੀਂ ਜਦੋਂ ਸਵਈਏ ਪੜ੍ਹਨੇ ਖਾਂ, ਜਿਸ ਬੰਦੇ ਅੰਦਰ, ਯਾਦ ਰੱਖਿਓ, ਪਰਮਾਤਮਾ ਦਾ ਪ੍ਰੇਮ ਨਹੀਂ, ਸਤਿਗੁਰੂ ਨੇ ਉਹਦੇ ਕਰਮਾਂ ਨੂੰ ਕੂਰ ਕਿਰਿਆ ਕਿਹਾ। ਮੈਂ ਸਵਈਏ 2 ਪੜ੍ਹਾਂਗਾ, ਤੁਹਾਨੂੰ ਸਭ ਨੂੰ ਚੇਤੇ। ਸਿਰਫ ਅੱਜ ਇਹ ਕਿ ਮੈਂ ਤੈਨੂੰ ਸੱਚਾ ਪ੍ਰੇਮ ਕੀਤਾ, ਤੇ ਮੈਂ ਅਰਜ਼ ਕਰ ਲੱਗਾ ਝੂਠਾ ਪ੍ਰੇਮ ਵੀ ਇਹਦਾ ਮਤਲਬ ਹੋਵੇਗਾ। ਜੇ ਸੱਚੀ ਪ੍ਰੀਤ ਹੈ ਕਿਤੇ ਝੂਠੀ ਵੀ ਹੋਵੇਗੀ। ਹਾਂ, ਅਸੀਂ ਬਾਣੀ 'ਚੋਂ ਦੇਖਾਂਗੇ ਝੂਠੀ ਪ੍ਰੀਤ ਬਾਰੇ ਵੀ ਤੇ ਸੱਚੀ ਪ੍ਰੀਤ ਬਾਰੇ ਵੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਕਹਿੰਦੇ ਨੇ ਪ੍ਰੇਮ ਤੋਂ ਸਖਣਾ, ਧਿਆਨ ਦਿਆ ਜੇ, ਪ੍ਰੇਮ ਨਾਲ ਭਿੱਜਿਆ ਹੋਇਆ ਅੰਦਰ ਤੇ ਨੇਤਰ ਬੰਦ ਹੋਣ ਸਵੀਕਾਰ ਹੈ। ਪਰ ਝੂਠੀ ਪ੍ਰੀਤ ਕਿ ਅੱਖਾਂ ਬੰਦ ਹੋਣ ਤੇ ਅੰਦਰ ਪ੍ਰੇਮ ਨਾ ਹੋਵੇ। ਬਗਲੇ ਦੀਆਂ ਅੱਖਾਂ ਬੰਦ ਨੇ ਪਰ ਅੰਦਰ ਦੀ ਬਿਰਤੀ ਸਪਸ਼ਟ ਨਹੀਂ, ਕਪਟ ਹੈ। ਮਹਾਰਾਜ ਜੀ ਨੇ ਕਿਹਾ ਕਿ ਕੀ ਹੋਇਆ ਜੇ ਤੂੰ ਆਪਣੇ ਦੋਨੋਂ ਨੇਤਰ ਬੰਦ ਕਰ ਲੈ ਪਰ ਤੇਰੀਆਂ ਅੱਖਾਂ ਬੰਦ ਪ੍ਰੇਮ ਤੋਂ ਵੀ ਹੋਣਾ। ਇਸ ਤਰ੍ਹਾਂ ਨੇ ਜਿਵੇਂ ਬਗਲੇ ਨੇ ਅੱਖਾਂ ਬੰਦ ਕੀਤੀਆਂ। ਮੈਂ ਤਾਂ ਅਰਜ਼ ਕੀਤੀ, ਹਰ ਬੰਦੇ ਦੇ ਨੇਤਰ ਬੰਦ ਆਪਾਂ ਬਗਲੇ ਨਾਲ ਨਾ ਜੋੜੀਏ, ਕਿਉਂਕਿ ਬਾਣੀ ਨੇ ਸਾਨੂੰ ਇੰਨੀ ਕਿਰਪਾ ਕੀਤੀ, ਜਿੱਥੇ ਕਰਮ ਕਾਂਡ ਵਿਖਾਵੇ ਦਾ ਪਖੰਡ ਦਿਸਿਆ ਉੱਥੇ ਸੁਚੇਤ ਕੀਤਾ, ਪਰ ਨਾਲ ਕੀਤਾ ਹਰ ਚੀਜ਼ ਨੂੰ ਪਖੰਡ ਨਾ ਬਣਾ ਦੇ, ਅਸਲੀਅਤ ਵੀ ਹੈ। ਅਸੀਂ 1-2 ਬੇਨਤੀਆਂ ਆਸਾ ਕੀ ਵਾਰ ਵਿੱਚੋਂ ਮੈਂ ਕਰਦਾ ਜਾਵਾਂ, ਪ੍ਰਕਰਨ ਮੇਰਾ ਇਹ ਨਹੀਂ। ਇੱਕ ਪਾਸੇ ਦਾਤਾ ਜੀ ਕਹਿੰਦੇ ਨੇ ਕਿ ਕੁਝ ਪਖੰਡੀ ਐਸੇ ਲੋਕ ਨੇ ਜਿਨ੍ਹਾਂ ਦੇ ਅੰਦਰ ਝੂਠ ਹੈ ਤੇ ਬਾਹਰੋਂ ਭੇਖ ਬਣਾ ਕੇ ਤੁਰੇ ਹੋਏ। ਮਹਾਰਾਜ ਕਹਿੰਦੇ ਨੇ ਜੇ ਉਹ ਅੰਦਰ ਦੇ ਕਪਟੀ ਬਾਹਰ ਦੇ ਭੇਖੀ 68 ਤੀਰਥਾਂ ਤੇ ਵੀ ਨਹਾ ਲੈਣ ਤੇ ਉਹਨਾਂ ਦੇ ਅੰਦਰ ਦੀ ਮੈਲ ਨਹੀਂ ਜਾਣੀ। ਜਿਨ ਪੱਟ ਅੰਦਰ, ਇਹ ਦੂਜਾ ਪੱਖ ਹੈ। ਪਹਿਲਾਂ ਸਤਿਗੁਰੂ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ, ਅੰਦਰ ਕਪਟ ਹੋਵੇ ਤੇ ਬਾਹਰ ਪੈਜਦਾਰ ਤੇ ਵਿਖਾਵਾ ਅਡੰਬਰ ਹੋਵੇ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ। ਇਹਦਾ ਮਤਲਬ ਅੰਦਰ ਕਪਟ ਬਾਹਰ ਭੇਖ ਹੈ। 68 ਤੀਰਥ ਨਹਾ ਲੈਣ ਪਰ ਅੰਦਰ ਦੀ ਮੈਲ ਨਹੀਂ ਜਾਏਗੀ। ਪਰ ਸਤਿਗੁਰੂ ਨੇ ਕਿਹਾ, ਫਰਮਾਇਆ ਸਾਹਿਬ ਨੇ ਕਿ ਹਰ ਬੰਦੇ ਨੂੰ ਭੇਖੀ ਕਹਿ ਕੇ ਨਾ ਨਿੰਦ, ਕਿਉਂਕਿ ਇੱਥੇ ਉਹ ਵੀ ਨੇ
कि ਜਿਹੜੇ ਬਾਹਰੋਂ ਲੀਰਾਂ ਪਾਈ ਫਿਰਦੇ ਨੇ ਤੇ ਅੰਦਰੋਂ ਨਾਮ ਦੀ ਰੇਸ਼ਮ ਨਾਲ ਭਰੇ ਹੋਏ। ਜਿਨ ਪਟ ਅੰਦਰ, ਪਟ ਦਾ ਅਰਥ ਰੇਸ਼ਮ, ਪ੍ਰਭੂ ਦਾ ਨਾਮ। ਜਿਨ ਪਟ ਅੰਦਰ ਬਾਹਰ ਗੁੱਦੜ, ਬਾਹਰ ਉਹਨਾਂ ਦੇ ਪਾਟੀਆਂ ਲੀਰਾਂ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋ ਲੱਗਾ ਰੱਬ ਸੇਤੀ ਦੇਖਣਾ। ਵਿਚਾਰੋ ਨਾ, ਪਿਆਰ ਪੈ ਗਿਆ ਸਾਈਂ ਨਾਲ। ਰੰਗ ਹੱਸੈਂ ਰੰਗ ਰੋਵੈਂ, ਚੁੱਪ ਪੀ ਕਰ ਜਾਹੇਂ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾ। ਨਾ ਦਾ ਅਰਥ ਪਤੀ ਪਰਮਾਤਮਾ। ਹੁਣ ਇਹ ਸਲੋਕ ਸਾਡੇ ਸਾਹਮਣੇ ਆਇਆ। ਇੱਕ ਪਾਸੇ ਅੰਦਰ ਦਾ ਕਪਟ, ਬਾਹਰ ਦੇ ਭੇਖ ਦਾ ਪਾਜ ਉਘੇੜਿਆ, ਤੇ ਦੂਜੇ ਪਾਸੇ ਇਹ ਨਹੀਂ ਕਿਹਾ ਸਾਰੇ ਪਖੰਡੀ। ਕਹਿਣ ਲੱਗੇ ਇੱਥੇ ਉਹ ਵੀ ਨੇ ਜਿਹੜੇ ਅੰਦਰੋਂ ਜੁੜੇ ਹੋਏ ਨੇ ਤੇ ਬਾਹਰੋਂ ਸਾਧ ਮੁਰਾਦੇ। ਮੈਂ ਬੇਨਤੀ ਕਰਾਂਗਾ ਕਿ ਜੇ ਪ੍ਰੇਮ ਤੋਂ ਵਿਖੂਣੇ ਨੇਤਰ ਬੰਦ ਨੇ ਤੇ ਬਗਲ ਸਮਾਧੀ ਹੈ। ਜੇ ਅੰਦਰ ਪ੍ਰੇਮ ਹੈ ਤੇ ਨੇਤਰ ਬੰਦ ਨੇ, ਉਹ ਬਗਲ ਸਮਾਧੀ ਨਹੀਂ। ਉਹਨੂੰ ਸਤਿਗੁਰੂ ਨੇ ਫਰਮਾਇਆ ਕਿ ਨੀਚੇ ਲੋਇਨ ਕਰ ਰਹੂੰ। ਕਬੀਰ ਸਾਹਿਬ ਅੱਖਾਂ ਬੰਦ ਕਰ ਲਈਆਂ, ਪਖੰਡ ਵਾਲੀਆਂ ਨਹੀਂ। ਨੀਚੇ ਲੋਇਨ ਕਰ ਰਹੂੰ, ਲੈ ਸਾਜਨ ਘਟ ਮਾਹੇ, ਮੇਰੇ ਖਿਰਦੇ ਦੀ ਸੇਜ ਤੇ ਸੱਜਣ ਆ ਗਿਆ। ਅੱਖਾਂ ਮੇਰੀਆਂ ਝੁਕ ਗਈਆਂ, ਸਭ ਰਸ ਖੇਲੂ ਪੀਸੋ, ਕਿਸੂ ਲਿਖਾਊ ਨਾ। ਹੁਣ ਦੇਖੋ ਇੱਥੇ ਵੀ ਨੇਤਰ ਬੰਦ ਨੇ। ਜਿੱਥੇ ਪਖੰਡ ਆਇਆ ਉੱਥੇ ਉਹਨਾਂ ਕਿਹਾ ਕਿ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਜਿਲਗੀ ਭੀਤਰ ਜੋਏ। ਕਿਉਂਕਿ ਰੋਜ਼ ਬੋਲਦਾ ਸੀ ਪਰ ਦਿਲ ਦੀ ਸਮਝ ਨਹੀਂ। ਤੇ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਖਾਮੋਸ਼ ਨਾ ਹੋ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ ਪੁਕਾਰ। ਇੱਕ ਨੂੰ ਕਹਿੰਦੇ ਨੇ ਬੋਲ ਨਾ ਖਾਮੋਸ਼ ਹੋ, ਦੂਜੇ ਨੂੰ ਕਹਿੰਦੇ ਨੇ ਬੋਲ, ਪਤਾ ਨਹੀਂ ਰਾਤ ਦਿਨ ਕੂਕਿਆ ਤੇਰਾ ਸਵੀਕਾਰ ਹੋ ਜਾਏ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨੇ ਸ਼ਬਦ ਵਰਤੇ ਕਾਹਾ ਭਇਓ, ਕੀ ਹੋਇਆ ਜੋ ਦੋ ਲੋਚਨ ਮੂੰਦ ਕੈ, ਦੋਨੋਂ ਨੇਤਰ ਬੰਦ ਕਰ ਲੈ। ਬੈਠ ਰਹੇ ਹੋ, ਬੈਠ ਵੀ ਗਿਆ, ਬਕ ਤਾਂ ਧਿਆਨ ਲਗਾਇਓ, ਬਗਲੇ ਵਰਗਾ ਧਿਆਨ ਪ੍ਰਵਾਨ ਨਹੀਂ, ਪਰ ਅੰਦਰੋਂ ਸੁਚਮਤਾ ਹੋਵੇ। ਤੇ ਅਸੀਂ ਰੋਜ਼ ਪੜ੍ਹਦੇ ਹਾਂ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ, बांस दर थे टिकाना बना ले, बांस कियो बखियान सो बैठ के, ऐसे ही ऐसे सो बैस बतायो, सारी उम्र लांगी जंगला च बैठ के निट के, साच कहूँ सुन ले हो सब है। कोई शर्त नहीं किसी दी, आ केवल सारी दुनिया ध्यान न सुने, साच कहूँ सुन लियो सब है, जिन प्रेम कियो तिनी प्रपायो। ते प्रेम तो विखूणा महाराज कहते ने, काहू लै पाहन पूज धरियो सिर, काहू लै लिंग गरे लटकायो। कोई पत्थर पूजदा है, कोई गले शिवलिंग पाई बैठा है। काहू लै पान पूज धरियो सिर, काहू लै लिंग गरे लटकायो, काहू लख्यो हर अवाची दिशा में, अवाची दर ते संस्कृत में दखण वाला पासा, काहू लख्यो हर अवाची दिशा में, काहू पिछा पश्चिम वाला पासा, काहू पिछा को शीस नवायो, को बुतान को पूजत है पस, को मृतान को पूजन तायो, कूर किरिया उर्जो सब ही जग, श्री भगवान को भेद ना पायो। कहने लगे प्रेम तो विगुणा कूर किरिया होए, ते जिथे प्रेम आ जाए प्यारिओ उथे साईं आप है। आओ थोड़ा जिहा असीं बाणी चो दर्शन करिए गुरुदेव दे, कि सतगुरु दी सारी बाणी प्रेमा भगती है। दुनिया दी पकड़ नहीं, रब तो बिना दूजे किसे नूं जाणिया नहीं। जिवें असीं सतगुरु गुरु नानक साहिब दे कुछ प्रमाण लांगे, श्री राग च हजूर दी अष्टपदी ते बचन ने कि मन रे क्यों छूटा बिन प्यार, किवें तेरा पार उतारा होवेगा प्रेम तो बिना। मन रे क्यों छूटा बिन प्यार, गुरमुख अंतर रव रहा हर बख्शे भगत भंडार। इहदे च कुछ प्रमाण दिते ने, किहो जी प्रीत कर साईं दे नाल। ते दास ने एक बार अर्ज कीती सी कि प्रीत दे नाल गुरु चरना च अरदास करो कि प्रतीत भी बने। कई बारी प्रीत दियां अखां भिज जांदियां ने ते प्रतीत ना होवे ते बंदे वर्ग ला के चंगियां भलियां नूं डुला के चले जांदे। एक प्रीत ते दूजी प्रतीत। प्रतीत जिन्नी देर तक नहीं उन्नी देर तक प्रीत भी निभदी नहीं। थोड़ा जिहनूं ध्यान नाल असीं बाणी चों देखांगे सारे बचन। गुरु नानक साहिब दी अष्टपदी दियां रहाओ दियां तुकां
पर महाराज जी ने पहला प्रमाण दिता। देखो प्रमाण सानू पुरातन वही मिलणगे कि इस तरह परमात्मा नू प्रीत कर कि जिवें कमल दा फुल पानी नू करदा है। ये उदाहरणा ने बाणी च सिर्फ समझण वास्ते प्रमाण इहदा अंतरी भाव की है। कमल के फुल की खोंद सिर्फ पानी करके है, सुक्की मिट्टी ते कमल का फुल नहीं। जे पानी इकट्ठा चिक्कड़ गार विचों दी पैदाइश है तो जदों हवा चलती है तो पानी विच लहरां पैदा हुंदियां। असीं देखने हैं कि पानी दियां लहरां उस कमल के फुल की नाल नूं ठोकर मारदियां, उस नाली नूं, उस बूटे नूं। ते जदों ठोकर वजदी है, कदी कमल का फुल खब्बे नूं, कदी कमल का फुल सज्जे नूं, वो ठोकरां खाई जांदा है। हुण मैं बेनती करां, महाराज जी ने उत्थे बचन कीता, कहन लगे कमल दे फुल तेरी अपनी बड़ी महानता है। की कारण कि इस पानी दियां तू ठोकरां खा रहा है, छड्ड इस पानी नूं। हुण अगे सी प्रतीत कमल दा फुल कहंदा है कि बाबा जी मैं ठोकरां खा रहा पर तां भी इहनूं छड्डना नहीं। क्यों? कहन लगे मेरा जीवन केवल इहदे करके वे, जे जीवन दे के ठोकर भी मारी मैं इहदी ठोकर सह के भी इहदा कदी साथ नहीं छड्डांगा, क्योंकि तो बिना मेरा है कौन। मैं बेनती करां बचन रे मन ऐसी खरशों प्रीत कर जैसी जल कमले, साची प्रीत हम तुमस्यों जोरी। प्रीत वाला ठोकर खा के भी कदी मालक दा दर नहीं छड्डदा। मेरे मालक रे मन ऐसी खरशों प्रीत कर जैसी जल कमले, लहरी नाल पिछाड़िए। लहरां नाल उहनूं धक्के पैंदे ने, पछाड़न दा अर्थ धक्का मारना। पानी दियां लहरां ठोकरां मारदियां ने पर कदी उहने कह मैं तेरा दर छड्ड के जाना। लहरी नाल पिछाड़िए पी विकसै असने, उहदा प्यार होर वधदा है। इहदा भाव की है? देखो साडी खोंद गुरु करके है। जे सतगुरु दे दर ते रहिंदियां दुख जां सुख दी कोई भी ठोकर वजे, कदी भी ठोकर दे के गुरु दा दर ना छड्डीए, क्योंकि लहरां दी ठोकर वजे कमल दा फुल कदी दर नहीं छड्डदा। दुखां दी ठोकर वजे ते कदी मालक दा दर ना छड्डी। महाराज जी ने अगला वचन कीता, उहदे विचों 2-3 सिर मैं प्रमाण लैणे। दूजी बेनती ये कि चातरक सतगुरु ने कहा इहदी तरह प्यार कर। असीं प्रमाण लांगे पर अंतरीव अर्थ दे देखांगे। हुण चातरक बारे कहा जाता है कि जदों इहनूं प्यास लगदी है तो सारी रात ये पुकारदा है। इहदे बारे बाणी च बहुत वचन, पपीया कह लो, बंबीया कह लो, सारंग कह लो, चातरक कह लो, चातक शब्द दा तिन वरते। हुण 4 चफेरे पानी भरिया, खूह च पानी, सरोवर च पानी, तलाब च पानी, दरिया च पानी, टोबियां ते छपड़ां च पानी, पर इन्ना पानी होने के बावजूद दरियावां दे किनारे बैठा पीओ पीओ करी जा रहा, प्रिया प्रिया पुकारदा। पावां के दे बारे कहा जाता है कि इहदे गले की बनतर ऐसी है कि जिवें थल्लियों पानी चुंझ नाल भर के चुंझ नूं ऊपर चुकेगा तो इहदा पानी वो गले चों थल्ले निकल जाता है, सुराख है। पर जदों ये मूँह अपना खोलदा है, अरशां तो बूंद पैंदी है, सीधी तुर अंदर इहदी प्यास जांदी है। हुण चातरक दे सामने सरोवर, खूह, टोबे नाल पानी दे भरे, वो कहंदा नहीं ये भी पानी है पर मेरी मोहब्बत उस ऊपर वाली बूंद नाल है। इन्ना पानी खोण दे बावजूद मेरे अंदर तां टिका आवेगा जेकर ऊपरों मेरे अंदर पानी दी बूंद पएगी। ये आखिरी अर्थ ने केवल। भाव अर्थ की है? रे मन ऐसी खरशों प्रीत कर जैसी चातरक में, जिवें चातरक दी स्वांति बूंद नाल। महाराज कहते सार भर थल हरियावले, एक बूंद ना पवेगी के सरोवर भरे ने एक बूंद नहीं पींदा। मैं एक बेनती करां, जिदी सच्ची प्रीत बन जाए ਉਹਦੇ सामने दुनिया के सुखां के तलाब पैदा कर दिओ, ਉਹਦੇ सामने पदार्थां के ढेर ला दिओ। वो इक्को गल कहेगा, भलिया तू जो मर्जी मैनू दई जाई पर की करा मेरे प्राणा की प्यास बुझनी केवल नाम नाल कहे। तू जो कुछ मर्जी पैदा कर दे पर मेरा प्यारे तो बिना गुजारा नहीं। ये अर्थ इयों कर सकने आ कि ओहा प्रेम पिरी कनक मानक गज मोतियन लालन नह नहा नहीं। सब कुछ कोल है, सोना कोल, हीरे कोल, मोती कोल, घर सब कुछ मेरे कोल है,
पर की करा मेरी प्यास नहीं बुझदी मिलाप तो बिन। ओहा प्रेम पिरी कनक मानक गज मोतियन लालन नह नहा नखी। राज ना भाग ना हुक्म ना साधन किच किच ना चखी। ना राज ना स्वाद कुछ भी नहीं चाहिदा। की चाहिदा चरणन शरणन संतन बंधन सुखो सुख पाही। मेरी प्यास केवल ओदे नाल। मैं बेनती करांगा कि जिस अंदर ये प्यार पैदा हो जाए। आओ एक असी उदाहरण लईए कि जदों सच्ची प्रीत बन जाए तो अवर सब तोरी का अर्थ ये नहीं कि समाज नाल रिश्ता तोड़ रहा। रहिंदा बंदा समाज विच है, पर ये अर्थ आम तौर पर असीं ये भी कहने हैं कि जिहड़ा भगत है ना वो बाहरों अंदरों एक हुंदा, कोई शक नहीं। पर एक गल चेते रखियो, बाणी च एक बचन आया है, भगती करन वाला भी बाहरों कुछ हुंदा ते अंदरों कुछ हुंदा। मैं एक बेनती करांगा, हालांकि बाणी ने कहा कि दिलो मोहब्बत जिन से ही सचिया जिन मन होर मुखोर से कांडे कचिया। एक दिन पाठ करदियां मेरे सामने आया एक शब्द कि मूँह चो कुछ ते अंदर कुछ, भगत दे अंदर भी हुंदा। पर याद रखियो संसारी बंदे दे मुख विच प्रीत हुंदी है, अंदर कपट हुंदा है। करतारी बंदे दे अंदर विच मूँह ते दुनियादारां दीयां बातां ने, पर अंदर साईं दी मुहब्बत है। वो शब्द है साच नाम मेरा मन लागा। गुरु अर्जुन देव जी कहते मेरा अंदर सच्चे दे प्यार च पिज गया। साच नाम मेरा मन लागा लोगन स्यो मेरा ठाठा बागा। ठाठे बागे दा की अंदर ते बाहर वखरे ने। अंदर सच्चा नाम ते बाहरों ठाठा बागा दर ते काम चलाऊ गल्लां बातां। मैं गल्लां जरूर करना पर चेते रखियो अंदर मेरा साच नाम। हुण इहदी जदों व्याख्या करनी पई ते होर बाणी च टुब्बी मारी ते मैं पिछे भी अर्ज करके आया, तुसी सारे वीर भैन बैठे हो तो सुन के आयो। नहीं प्यारिओ, गुरु ग्रंथ साहिब च डुब्बीए। इस बाणी च जिवें भाई साहब कह रहे सन, पहली गल जदों बाणी पढ़ीए इस करके नहीं पढ़नी मैं ज्ञानी बन के जान गया हाँ। मैं तो कई बारी कहना बस इस तरह बाणी की गोद च बह जा जिवें बच्चा माँ का दुध पीन लग्या उसकी गोद च बहिंदा है। रस ले बाणी का, गुरु की बाणी नूं अंदरों डुब के जान। तो मैं ये भी सच कह दियाँ कि जिस अंदर गुरु ग्रंथ साहिब के शब्द का प्यार पैदा हो गया, दुनिया का हर ज्ञान उसके सामने झुक जाएगा, क्योंकि ये ऊपर बाणी ही कोई नहीं। ये बाणियां सिर बाणी है। हजूर सच्चे पातशाह ने कहा कि मेरा मन लग गया सच्चे नाल, पर लोकां च मेरा ठाठा बागा। ते लोकी कई बारी मेरियां गल्लां सुन के गुरु अर्जन साहब कहते ने सोचते ने शायद ये दुनियादार हो गया। कहन लगे नहीं भलिओ लोको, मैं तुहाडे विच विचरली गल्लां करना पर अंदरों मेरा ने किसी होर थां ते। असीं अमृत बचन पढ़ने आ, साच नाम मेरा मन लागा लोगन स्यों मेरा ठाठा बागा। मुख की बात सकल स्यों करता। मुख दी गल्लां सब नाल करना वा, पर जी संग प्रभ अपना धरता। मैं जीवन पक्षों अंदरों अपने रब तो कदी दूर नहीं होया। बस इत्थे भुलेखा पैंदा है। भगती करन वाला कोई जरूरी नहीं कि चौंकड़ा ही मार के हर वेले बैठा हो सकता है तुहाडे नाल जॉब करदा तुहाडे नाल ही गल्लां करे, पर अंदरों प्यारे दे गीत गाई जाए। एक हो सकता है अभ्यास करदियां अत कथनी नहीं, इनू समझियो थोड़ा जिहा। जे कीर्तन करदियां चित्त बाजार विच घूम सकता है, तो कमाई वाला बाजार विच खलोता होया कीर्तन भी जुड़ सकता है। चीज़ होई है। जे पाठ करदियां बंदा घर दा बच्चियां च तुरिया फिरदा है, तो बच्चियां च तुरिया होया अंदरों पाठ क्यों नहीं कर सकता। ये सतगुरु ने प्रमाण दिते बाणी च। असीं एक बचन पढ़ने नामा माया मोहिया कहे तलोचन मीत। तरलोचन नूं भुलेखा पै गया कि नामदेव नूं माया ने ठग लिया ने ते नाम छड़ दिता। नामा माया मोया कहे तलोचन मीत काहे छीपो छैलै राम ना लावो चीत। कहन लगे नामा कहे तलोचना मुख ते राम संभाल। ये नहीं क्या चित्त तो, यदा कारण की अजे तरलोचन का अभ्यास नहीं। कहते जिस अवस्था ते मैं विचरना पिया तेनू अजे समझ नहीं। मैं तेनू इक्को गल कहां, तू अजे मुख नाल राम जप ते जपदियां जिदन तेरे चित्त भी चला जाएगा, जबान तो गल्लां करेगा पर चित्त करके उहदा चिंतन करेगा। मुख ते राम संभाल हाथ पांव कर काम सब चीत निरंजन नाल। मैं एक दिन पिछले दिन अर्ज की सी,
ਅਸੀਂ ਤਾਂ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਕਿ ਇਹ ਜਪਣਾ ਬੰਦ ਹੋ ਜਾਏ। ਇਹ ਬੰਦ ਹੋਵੇ ਤੇ ਚਿੱਤ ਵਿੱਚੋਂ ਸਿਮਰਨ ਚੱਲ ਪਵੇ। ਇਸ ਕਰਕੇ ਨਹੀਂ ਕਿ ਅਸੀਂ ਜ਼ਬਾਨ ਨਾਲ ਬੋਲਨੇ ਖਾਂ, ਬੋਲਨੇ ਇਸ ਕਰਕੇ ਹਾਂ ਅਬੋਲ ਹੋ ਜਾਈਏ, ਜਪਨੇ ਇਸ ਕਰਕੇ ਹਾਂ ਅਜਾਪ ਮਿਲ ਜਾਏ, ਪੁਕਾਰਨੇ ਇਸ ਕਰਕੇ ਹਾਂ ਕਿ ਹਿਰਦੇ ਦੀ ਵੇਦਨਾ ਬਣ ਜਾਏ। ਹੁਣ ਉਹਨਾਂ ਕਿਹਾ ਜੀ ਇਹ ਕਿਵੇਂ ਹੋ ਸਕਦਾ ਕਿ ਮੂੰਹ ਤੋਂ ਗੱਲਾਂ ਕਰੇ ਅੰਦਰੋਂ ਪਿਆਰ ਕਰੇ। ਮਹਾਰਾਜ ਜੀ ਨੇ ਨਾਲ ਹੀ ਉਹ 5-6 ਪ੍ਰਮਾਣ ਜਿਹੜੇ ਦਿੱਤੇ ਕਿ ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮਧੇ ਭਰਮੀ ਅਲੇ ਪੰਚ ਜਨਾ ਸਿਓ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ ਖੈਰ। ਸਤਿਗੁਰੂ ਨੇ ਕਿਹਾ ਕਿ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਮੁਖ ਕੀ ਬਾਤ ਸਕਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਪਿਆਲਾ। ਕਈ ਵਾਰੀ ਵੇਖਦੇ ਹਾਂ ਲੋਕੀ ਕਹਿੰਦੇ ਬੜਾ ਖੁਸ਼ਕੀ ਹੈ ਜੀ, ਇਹ ਤਾਂ ਸੜਿਆ ਪਿਆ ਜੀ, ਪਿਆਲਾ ਦਰ ਤੇ ਵੇਖ ਕੇ ਲੋਕ ਡਰਦੇ ਨੇ। ਮਹਾਰਾਜ ਕਹਿੰਦੇ ਉਹ ਭਲਿਓ ਮੇਰਾ ਬਾਹਰੋਂ ਨਾ ਤੁਸੀਂ ਦੇਖੋ, ਮੇਰੇ ਅੰਦਰ ਨੂੰ ਦੇਖੋ। ਮੈਂ ਡਰਾਂਦਾ ਨਹੀਂ, ਮੈਂ ਸਭ ਦੇ ਚਰਨਾਂ ਦੀ ਧੂੜ ਖਾਂ। ਦੀਸ ਆਵਤ ਹੈ ਬਹੁਤ ਪਿਆਲਾ ਸਗਲ ਚਰਨ ਕੀ ਇਹ ਮਨ ਰਾਲਾ। ਮੈਂ ਬੇਨਤੀ ਕਰਾਂ ਕਿ ਜਿਨੇ ਅੰਦਰੋਂ ਪਿਆਰ ਕੀਤਾ ਸੱਚੀ ਪ੍ਰੀਤ ਨਾਲ ਦੂਜਰੀ ਵਾਸ਼ਨਾ ਮੁੱਕ ਜਾਂਦੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਦਾ ਅਰਥ ਕੀ ਉਹ ਪੁੱਤਰ ਛੱਡ ਕੇ ਚਲਾ ਗਿਆ, ਕੀ ਉਹ ਪਰਿਵਾਰ ਛੱਡ ਕੇ ਚਲਾ ਗਿਆ। ਹਾਲਾਂਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਾਰੇ ਇੱਕ ਲਫ਼ਜ਼ ਵਰਤਨੇ ਕਿ ਉਹਦੇ 'ਚ ਬੈਰਾਗ ਹੈ, ਤੇ ਚੇਤੇ ਰੱਖਿਓ ਉਹ ਬੈਰਾਗ ਨਹੀਂ ਜਿਹੜਾ ਪਰਿਵਾਰ ਨੂੰ ਛੱਡੇ, ਉਹਦੇ ਵਿੱਚ ਉਹ ਬੈਰਾਗ ਹੈ ਕਿ ਪਰਿਵਾਰ ਵਿੱਚ ਰਹਿ ਕੇ ਰੱਬ ਨੂੰ ਪਾਇਆ ਜਾਏ। ਜਿਹੜਾ ਪਰਿਵਾਰ ਛੱਡ ਕੇ ਤੁਰਿਆ ਉਹਨੂੰ ਗੁਰੂ ਨੇ ਕਿਹਾ ਕਾਹੇ ਰੇਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਮੈਂ ਇੱਕ ਤੁਹਾਨੂੰ ਸਾਖੀ ਅਰਜ਼ ਕਰਨਾ ਵਾ, ਆਪਨੇ ਸੁਣੀ ਵੀ ਹੋਣੀ। ਜਦੋਂ ਸੱਚੀ ਪ੍ਰੀਤ ਦੀ ਤੰਦ ਲੱਗ ਜਾਏ ਉਦੋਂ ਮੋਹ ਦੀਆਂ ਤੰਦਾਂ ਛੁੱਟ ਜਾਂਦੀਆਂ ਨੇ। ਸੱਚੀ ਪ੍ਰੀਤ ਬਣ ਜਾਏ ਵਾਸ਼ਨਾ ਵਾਲੇ ਫੁਰਨੇ ਅਲੋਪ ਹੋ ਜਾਂਦੇ ਨੇ। ਸੱਚੀ ਪ੍ਰੀਤ ਹੋ ਜਾਏ ਸੱਚੇ ਵੇ ਬੰਦਾ ਚੰਮ ਨੂੰ ਨਹੀਂ ਦੇਖਦਾ, ਸੱਚੀ ਪ੍ਰੀਤ ਵਾਲਾ ਚੰਮ ਵਿੱਚ ਕੇਵਲ ਬ੍ਰਹਮ ਨੂੰ ਦੇਖਦਾ ਹੈ। ਸੱਚਾ ਪਿਆਰ। ਸਤਿਗੁਰੂ ਗੁਰੂ ਕਲਗੀਧਰ ਜੀ ਦੇ ਜੀਵਨ ਦੀ ਇੱਕ ਘਟਨਾ ਹੈ, ਸਿਰਫ ਸੰਖੇਪ ਜੀ ਹੋ ਸਕਦਾ ਹੈ ਆਪ ਇਸ ਘਟਨਾ ਤੋਂ ਜਾਣੂ ਹੋ। ਮੈਂ ਸਿਰਫ ਉਹਦੇ 'ਚੋਂ ਇੱਕ ਤੱਤ ਬੇਨਤੀ ਕਰਨੀ ਹੈ। ਪਟਨਾ ਸਾਹਿਬ ਦੀ ਧਰਤੀ ਹੈ ਤੇ ਗੰਗਾ ਦਾ ਕਿਨਾਰਾ ਹੈ। ਭਿੰਨੀ ਰਹਿਣੀਏ ਅੰਮ੍ਰਿਤ ਵੇਲਾ ਇੱਕ ਮੂਰਤੀ ਚਾਦਰ ਦੀ ਬੁੱਕਲ ਮਾਰ ਕੇ ਰੋਜ਼ ਗੰਗਾ ਤੇ ਘਾਟ ਦੇ ਆ ਕੇ ਬੈਠਦੀ ਹੈ। ਕਈ ਸਾਲ ਹੋ ਗਏ ਬੈਠਦਿਆਂ, ਸਰਗੁਣ ਦੀ ਪੂਜਾ 'ਚ ਮਸਤ ਹੈ। ਪਰ ਅੱਜ ਮੇਰੇ ਬਾਲਾ ਪ੍ਰੀਤਮ ਖੇਡਦੇ ਆਏ ਨੇ ਗੰਗਾ ਦੇ ਘਾਟ ਤੇ ਇੱਕੋ ਦਮ ਅੰਮ੍ਰਿਤ ਵੇਲੇ ਉਸ ਬੈਠੇ ਹੋਏ ਜਦੋਂ ਲੋ ਲੱਗਣ ਲੱਗੀ, ਦੌੜ ਕੇ ਉਹਦੇ ਕਮਰ ਤੇ ਪੈਰ ਰੱਖੇ, ਹੱਥ ਨਾਲ ਉਹਦੇ ਗਲੇ ਨੂੰ ਪਿੱਛੋਂ ਪਕੜਿਆ ਤੇ ਉਸ ਦੇ ਕੰਨ ਕੋਲ ਜਾ ਕੇ ਇੱਕੋ ਸ਼ਬਦ ਕਿਹਾ, ਪੰਡਿਤ ਜੀ ਝਾਤ। ਉਹਦੇ ਨੇਤਰ ਖੁੱਲੇ। ਉਹਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਤੇ ਪੰਡਿਤ ਦਾ ਨਾਮ ਹੈ ਸ਼ਿਵਦੱਤ ਜੀ। ਮਨ ਚਾਹਿਆ ਕਿ ਇਹ ਪਰ ਇੱਕ ਫੁਰਨਾ ਬਣਿਆ ਕਿ ਜਿਹਨੂੰ ਮੈਂ ਰੋਜ਼ ਧਿਆਨ ਵਿੱਚ ਲਿਆਉਣਾ, ਮੈਂ ਕਿਸੇ ਸਰਗੁਣ ਨੂੰ ਪੂਜਣਾ ਜਿਹਦੇ ਕੋਲ ਧਨ ਕਮਾਣ ਹੈ, ਮੈਂ ਉਹਨੂੰ ਮੰਨਣਾ। ਤੇ ਜਦੋਂ ਫੁਰਨਾ ਬਣਿਆ ਤੇ ਚੋਜੀ ਪ੍ਰੀਤਮ ਦੇ ਤਨ ਵਿੱਚੋਂ ਝਲਕ ਪਈ, ਬਸ ਉਦੋਂ ਹੀ ਚਰਨ ਪਕੜ ਲੈ ਮਣਾ, ਕਿੰਨਾਂ ਨੂੰ ਪੂਜਣਾ ਪਿਆ, ਜਿਹਨੂੰ ਤੂੰ ਲੱਭਣਾ ਚਾਹੁੰਦਾ ਉਹ ਪਟਨੇ ਦੀਆਂ ਗਲੀਆਂ ਵਿੱਚ ਬਖਸ਼ਿਸ਼ ਕਰ ਰਿਹਾ ਹੈ। ਅੰਦਰ ਟਿਕ ਗਿਆ, ਦੂਜਾ ਪਾਖਾ ਛੁੱਟ ਗਿਆ, ਮੂਰਤ ਪੂਜਾ ਗਈ, ਸੱਚੀ ਪ੍ਰੀਤ ਬਣੀ। ਅੱਜ ਬੈਠੇ ਨੇ ਤੇ ਅੰਮ੍ਰਿਤ ਵੇਲੇ ਦੇ ਧਿਆਨ ਤੋਂ ਬਾਅਦ ਅਜੇ ਸੂਰਜ ਦੀ ਲਾਲੀ ਅਸਮਾਨ ਤੇ ਆ ਰਹੀ ਹੈ। ਦੰਪਤੀ ਤੁਰੇ ਆਉਂਦੇ ਨੇ, ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਬਿਸ਼ੰਪਰਾ ਦੇਵੀ। ਰਾਣੀ ਦਾ ਨਾਮ ਬਿਸ਼ੰਪਰਾ ਦੇਵੀ ਸੀ। ਨਗਨ ਚਰਨ ਆਏ, ਪੰਡਿਤ ਜੀ ਨੂੰ ਆ ਕੇ ਨਮਸਕਾਰ ਕੀਤੀ। ਉਹਨਾਂ ਕਿਹਾ ਰਾਜਨ ਇਸ ਵੇਲੇ ਕਿਵੇਂ ਤੁਹਾਡਾ ਆਉਣਾ ਹੋਇਆ। ਰਾਣੀ ਬਿਸ਼ੰਪਰਾ ਦੇਵੀ ਨੇ ਕਿਹਾ ਤੁਸੀਂ ਠਾਕੁਰ ਦੇ ਪੁਜਾਰੀ ਹੋ, ਅਸੀਂ ਤੁਹਾਡੇ ਕੋਲ ਇੱਕ ਅੰਦਰ ਦੀ ਵੇਦਨਾ ਕਹਿਣ ਆਏ ਹਾਂ। ਕਹਿਣ ਲੱਗੇ ਦੱਸੋ। ਕਹਿੰਦੇ ਨੇ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ, ਰਾਜ ਭਾਗ ਨੌਕਰ ਚਾਕਰ, ਪਰ ਵੇਦਨਾ ਇਹ ਵੇ ਇਸ ਰਾਜ ਭਾਗ ਨੂੰ ਸਾਂਭਣ ਵਾਲਾ ਕੋਈ ਨਹੀਂ। ਪੁੱਤਰ ਦੀ ਦਾਤ, ਸੰਤਾਨ ਦੀ ਦਾਤ ਲਈ ਆਏ ਖਾਂ
ਤੇ ਕਹਿੰਦੇ ਨੇ ਉਸ ਵਕਤ ਪੰਡਿਤ ਜੀ ਨੇ ਕਿਹਾ ਮੈਂ ਕਿੱਥੋਂ ਦਿਆਂ। ਕਹਿਣ ਲੱਗੇ ਤੁਸੀਂ ਠਾਕੁਰ ਦੇ ਪੁਜਾਰੀ ਹੋ। ਅੱਗੇ ਕਹਿੰਦੇ ਨੇ ਹੁਣ ਮੈਨੂੰ ਸਮਝ ਪੈ ਗਈ ਏ, ਮੇਰਾ ਠਾਕੁਰ ਪੱਥਰ 'ਚ ਨਹੀਂ, ਲੱਕੜ 'ਚ ਨਹੀਂ, ਮਿੱਟੀ ਦੀ ਮੂਰਤੀ 'ਚ ਨਹੀਂ, ਮੇਰਾ ਠਾਕੁਰ ਤਾਂ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ ਆਪਣੀ ਰਹਿਮਤ ਵਰਤਾਂਦਾ ਪਿਆ ਹੈ। ਜੇ ਮੰਗਣਾ ਹੈ ਤੇ ਆਓ ਉਹਦੇ ਚਰਨਾਂ 'ਚ ਪੁਕਾਰ ਕਰੋ, ਉਹ ਦਾਤ ਦੇਗਾ। ਇਹ ਨਾ ਸਮਝੋ ਕਿ ਕੱਲੀ ਮੈਂ ਕਾਂਗਰਸ ਲਈ ਸਾਖੀ ਬਣਾ ਕੇ ਬੇਨਤੀ ਕਰ ਲੱਗਾ, ਸਿਰਫ ਇਸ ਗੱਲ ਨੂੰ ਕਿ ਜਦੋਂ ਸੱਚੀ ਪ੍ਰੀਤ ਲੱਗ ਜਾਏਗੀ, ਸੱਚ ਇਹ ਵੇ ਦੂਜੇ ਭਾਵ ਦੀ ਪ੍ਰੀਤ ਆਪਣੇ ਆਪ ਬਿਨਸੇਗੀ। ਉਹਨਾਂ ਕਿਹਾ ਠਾਕੁਰ ਜੀ ਕੌਣ? ਤੇ ਉੱਤਰ ਦਿੱਤਾ ਮੇਰੇ ਬਾਲਾ ਪ੍ਰੀਤਮ ਜੀ। ਹੁਣ ਇੱਥੇ ਇੱਕ ਘਟਨਾ ਹੈ। ਪੰਡਿਤ ਜੀ ਨੇ ਧੰਨ ਗੁਰੂ ਗੋਬਿੰਦ ਰਾਏ ਵੱਲ ਇਸ਼ਾਰਾ ਕੀਤਾ, ਪਰ ਫਤਿਹ ਚੰਦ ਤੇ ਰਾਣੀ ਸਿੱਧੇ ਗੁਰਦੇਵ ਦੇ ਘਰ ਨਹੀਂ ਆਏ, ਉਹ ਆਪਣੇ ਘਰ ਚਲੇ ਗਏ। ਇਤਿਹਾਸ ਇਹੀ ਕਹਿੰਦਾ। ਹਾਲਾਂਕਿ ਤੁਸੀਂ ਫਤਿਹ ਚੰਦ ਮੈਣੀ ਦੇ ਘਰ ਤੋਂ ਤਖਤ ਸਾਹਿਬ ਜਾਓ, ਕਿੰਨੀ ਕੁ ਦੂਰ ਹੈ। ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ। ਕਹਿਣ ਲੱਗੇ ਇੱਕ ਕੰਮ ਕਰੋ ਕਿ ਤੁਸੀਂ ਆਪਣੇ ਘਰ ਬੈਠ ਕੇ ਪਿਆਰੇ ਨੂੰ ਪੁਕਾਰੋ, ਮੈਨੂੰ ਯਕੀਨ ਹੈ ਇੱਕ ਦਿਨ ਤੁਹਾਡੇ ਘਰ ਆਏਗਾ, ਜਿੱਦਣ ਪਿਆਰਾ ਆ ਗਿਆ ਜੋ ਕੁਝ ਮੰਗੋਗੇ ਝੋਲੀ 'ਚ ਦਾਤ ਮਿਲੇਗੀ। ਹੁਣ ਉਹਨਾਂ ਨੂੰ ਤੋਰ ਦਿੱਤਾ ਆਪਣੇ ਘਰ। ਸਾਡਾ ਇਤਿਹਾਸ ਕਹਿੰਦਾ ਰਾਣੀ, ਕਿਉਂਕਿ ਦਾਸ ਹਰ ਸਾਲ ਤਕਰੀਬਨ ਪਟਨਾ ਸਾਹਿਬ ਉਸ ਅਸਥਾਨ ਤੇ ਕਥਾ ਕਰਨ ਜਾਂਦਾ ਹੈ। ਤਖਤ ਸਾਹਿਬ ਤੇ ਜਦੋਂ ਹਜ਼ੂਰ ਦਾ ਆਗਮਨ ਦਿਵਸ ਮਨਾਇਆ ਜਾਂਦਾ ਹੈ ਤੇ ਦੂਜੇ ਦਿਨ ਫਿਰ ਮੈਣੀ ਸੰਗਤ ਮਨਾਇਆ ਜਾਂਦਾ। ਉੱਥੇ ਘਰ ਆ ਗਏ ਨੇ। ਰਾਣੀ ਦੇ ਅੰਦਰ ਇੱਕੋ ਮਾਂ ਵਾਲੀ ਮਮਤਾ ਕਿ ਮੈਨੂੰ ਪੁੱਤਰ ਚਾਹੀਦਾ ਹੈ। ਪੁਕਾਰਦੀ ਹੈ ਪਰ ਨਾਲ ਫੁਰਨੇ ਪੈਦਾ ਹੁੰਦੇ ਨੇ। ਅੱਜ ਵੀ ਤੁਸੀਂ ਦੇਖੋ, ਕਿਸੇ ਕਾਰਜ ਨੂੰ ਮੁੱਖ ਰੱਖ ਕੇ ਬੰਦਾ ਪਾਠ ਕਰੇ ਨਾ, ਪਾਠ ਕਰਦਿਆਂ ਘਰੀ ਪਿੱਛੋਂ ਕੰਮ ਚੇਤੇ ਆਈ ਜਾਂਦਾ। ਜੇ ਸੁਖਮਨੀ ਸਾਹਿਬ ਕਰੇਗਾ ਚੇਤੇ ਆਈ ਜਾਏਗਾ, ਹੁਣ ਇੰਨੇ ਦਿਨ ਹੋ ਗਏ ਨੇ ਸਾਡਾ ਕੰਮ ਬਣ ਜਾਏਗਾ, ਕਿਉਂਕਿ ਉਹ ਦੋਵੇਂ ਚੀਜ਼ਾਂ ਨਾਲ ਚੱਲਦੀਆਂ। ਪਾਠ ਵੀ ਚੱਲਦਾ ਤੇ ਅੰਦਰ ਮੰਗ ਦੇ ਵਾਸ਼ਨਾ ਦੇ ਫੁਰਨੇ ਵੀ ਚੱਲਦੇ। ਹੁਣ ਉਹਨੇ ਨਾਲੇ ਤਾਂ ਅਭਿਆਸ ਕਰਨਾ ਕਿ ਬਾਲਾ ਪ੍ਰੀਤਮ ਆਉਣਗੇ, ਠਾਕੁਰ ਜਿਉਂਦਾ ਆਏਗਾ, ਤੇ ਅੰਦਰ ਫੁਰਨੇ ਬਣ ਜਾਣੇ ਕਿ ਜਦੋਂ ਆਏਗਾ ਤੇ ਚਰਨ ਪਕੜ ਕੇ ਆਪ ਪੁੱਤ ਮੰਗਾਂਗੀ, ਸੰਤਾਨ ਮੰਗਾਂਗੀ, ਬੇਟੀ ਮੰਗਾਂਗੀ, ਧੀ ਮੰਗਾਂਗੀ, ਸ਼ਬਦ ਉਹਨੇ ਕਹਿਣ। ਪਰ ਕਹਿੰਦੇ ਨੇ ਅਭਿਆਸ ਕਰੀ ਗਏ। ਉਹ ਅਭਿਆਸ ਦਾ ਫਲ ਇੰਨਾ ਲੱਗਾ ਕਿ ਉਹਨੂੰ ਧਿਆਨ ਦੀ ਦਾਤ ਮਿਲ ਗਈ, ਧਿਆਨ 'ਚ ਬਹਿਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਇੱਕ ਬੜੀ ਪਿਆਰੀ ਗੱਲ ਲਿਖਦੇ ਨੇ, ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਦਿਨ ਧਿਆਨ 'ਚ ਬੈਠੀ ਤੇ ਅੰਦਰ ਬੈਰਾਗ ਉੱਠ ਪਿਆ। ਕਿਉਂਕਿ ਰੋਜ਼ ਅਭਿਆਸ ਕਰੀਏ। ਮੈਂ ਦੇਖੋ ਬੇਨਤੀ ਕਰਾਂਗਾ ਗੁਰਮੁਖੋ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਕੇਵਲ ਸੁਣੀ ਗੱਲ ਨਹੀਂ, ਕੁਝ ਦਿਨ ਅਭਿਆਸ ਕਰਕੇ ਦੇਖੋ। ਸੱਚ ਇਹ ਵੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰੋਂ ਬੈਰਾਗ ਦੀਆਂ ਕਾਂਗਾਂ ਛੁੱਟ ਪੈਂਦੀਆਂ। ਹੁਣ ਅੰਦਰ ਬੈਰਾਗ ਉੱਠ ਪਿਆ ਇੱਕ ਦਿਨ, ਬਹੁਤ ਰਾਈ, ਕਿਉਂਕਿ ਹਿਰਦਾ ਸਾਫ਼ ਹੋ ਗਿਆ। ਜਿਉਂ ਜਿਉਂ ਬੈਰਾਗ 'ਚ ਰੋਵੇ ਤਿਉਂ ਤਿਉਂ ਅੰਦਰ ਸਾਫ਼ ਹੋਈ ਗਿਆ। ਦੂਜੇ ਦਿਨ ਫਿਰ ਧਿਆਨ 'ਚ ਬੈਠੀ, ਹੁਣ ਰੋਟੀ ਪਾਣੀ ਭੁੱਲਣ ਲੱਗ ਪਿਆ, ਵਕਤ ਭੁੱਲਣ ਲੱਗ ਪਿਆ। ਇੱਕ ਦਿਨ ਬੈਠਿਆਂ ਮਨ 'ਚ ਇਹ ਆਇਆ, ਇਹ ਪੁੱਤਰ ਵਾਸ਼ਨਾ ਤੂੰ ਮੇਰਾ ਖਹਿੜਾ ਛੱਡ, ਸਾਚੀ ਪ੍ਰੀਤ ਕੀ ਹੈ। ਜਿਹੜੀ ਵਾਸ਼ਨਾ ਅੰਦਰ ਪਈ ਹੈ ਕਿ ਆਏਗਾ ਤੇ ਪੁੱਤਰ ਮੰਗਾਂਗੀ, ਕਹਿਣ ਲੱਗੀ ਮੈਨੂੰ ਨਹੀਂ ਪੁੱਤਰ ਚਾਹੀਦਾ, ਸਿਰਫ ਇੱਕੋ ਚਾਹੀਦਾ ਜਿਹਨੂੰ ਰੋਜ਼ ਪੁਕਾਰਨੀ ਆ ਉਹੀ ਵਿਹੜੇ ਵਿੱਚ ਆ ਜਾਏ। ਬਸ ਗੱਲ ਸੁਣਿਓ, ਜਦੋਂ ਪੁੱਤਰ ਵਾਸ਼ਨਾ ਤੋਂ ਮੁਕਤ ਹੋਈ, ਨਰੋਲ ਨਿਰਮਲ ਹਿਰਦਾ ਨਿਰਸ਼ਲ ਹੋ ਗਿਆ, ਨਿਸ਼ਕਾਮ ਹੋ ਗਿਆ, ਤੇ ਕਹਿੰਦੇ ਨੇ ਉਸ ਨਿਸ਼ਕਾਮ ਹਿਰਦੇ ਨੂੰ ਲੈ ਕੇ ਜਦੋਂ ਬੈਠੀ ਤੇ ਅੱਜ ਇੱਕੋ ਦਮ ਖੁੰਡੀ ਦੀ ਆਵਾਜ਼, ਦਰਵਾਜ਼ੇ ਨਾਲ ਲੱਕੜ ਦੀ ਖੁੰਡੀ ਵੱਜੀ, ਖੜਾ ਕਰਕੇ ਗੇਂਦ ਘਰ 'ਚ ਡਿੱਗੀ। ਰਾਣੀ ਨੂੰ ਪਤਾ ਹੀ ਕੋਈ ਨਹੀਂ ਕਿ ਆਵਾਜ਼ਾਂ ਕਿਹੜੀਆਂ ਆਉਂਦੀਆਂ ਪਈਆਂ। ਪਿਆਰ ਹੈ ਜਿੱਥੇ ਚੁਗਿਰਦਾ ਭੁੱਲ ਜਾਏ। ਉਹ ਕਹਿੰਦੇ ਨੇ ਨਾ ਕਿ ਕਈ ਮਜਨੂ ਬਾਰੇ ਕਹਿੰਦੇ ਨੇ, ਕਈ ਰਾਂਝੇ ਬਾਰੇ ਕਹਿੰਦੇ ਨੇ, ਪਰ ਮੈਂ ਇੱਕ ਬੇਨਤੀ ਕਰਾਂ, ਉਹ ਕਹਿੰਦੇ ਨੇ ਸ਼ਰਈ ਨਮਾਜ਼ ਪਿਆ ਪੜ੍ਹਦਾ ਸੀ ਤੇ ਅੱਗੋਂ ਕਿਤੇ ਆਸ਼ਿਕ ਨਿਕਲ ਗਿਆ ਮਸ਼ੂਕ ਦੇ ਪਿਆਰ ਵਿੱਚ, ਤੇ ਸ਼ਰਈ ਨੇ ਕਹਿ ਦਿੱਤਾ ਉਹ ਮੇਰੀ ਨਮਾਜ਼ ਕਜ਼ਾ ਹੋ ਗਈ, ਤੂੰ ਅੱਗੇ ਲੰਘ ਕੇ ਗਿਆ। ਉਹਨੇ ਕਿਹਾ ਮੈਂ ਤਾਂ ਲੰਘੀ ਨਹੀਂ। ਕਹਿੰਦਾ ਤੂੰ ਹੁਣੇ ਲੰਘਿਆ। ਕਹਿੰਦਾ ਫਿਰ ਇਹ ਨਮਾਜ਼ ਨਹੀਂ ਸੀ, ਮੈਂ ਆਪਣੇ ਪਿਆਰੇ ਵਿੱਚ ਲੰਘਿਆ, ਮੈਨੂੰ ਖੱਬੇ ਸੱਜੇ ਦੱਸਿਆ ਹੀ ਕੋਈ, ਦਿਸਿਆ ਹੀ ਕੋਈ ਨਹੀਂ। ਤੂੰ ਕਾਹਦੀ ਨਮਾਜ਼ ਪੜ੍ਹਨਾ ਪਿਆ ਜਿਹਨੂੰ ਤੈਨੂੰ ਲੰਘਦੇ ਕੋਈ ਬੰਦੇ ਦਿਸਦੇ ਪਏ, ਤੇਰੇ ਅੰਦਰ ਨਹੀਂ ਜੁੜਿਆ। ਵਾਸ਼ਨਾ ਤੋਂ ਮੁਕਤ ਹੋਈ, ਖੜਾਕ ਵੀ ਪਿਆ, ਗੇਂਦ ਵੀ ਆਈ, ਕੁਝ ਨਹੀਂ, ਸਿਰਫ ਧਿਆਨ 'ਚ ਬੈਠੀ।
ਅੱਜ ਵੀ ਤੁਸੀਂ ਜਦੋਂ ਪਟਨਾ ਸਾਹਿਬ ਜਾਓ, ਉਹ ਥੰਮ, ਉਹ ਕੋਠੜੀ ਅਜੇ ਵੀ ਹੈ ਜਿੱਥੇ ਹਜ਼ੂਰ ਉਹਦੀ ਗੋਦ ਵਿੱਚ ਬੈਠੇ ਸਨ। ਅੱਖਾਂ 'ਚ ਪਾਣੀ ਸੀ, ਕੁਛ ਪਤਾ ਨਹੀਂ, ਸਿਰਫ ਅੰਦਰ ਦੀ ਤਾਰ ਜੁੜੀ ਸੀ। ਬਾਲਾ ਪ੍ਰੀਤਮ ਸਤਿਗੁਰੂ ਨੇ ਖੁੰਡੀ ਸੱਟੀ, ਤੇ ਦੇਖੋ ਮੇਰਾ ਖਿਆਲ ਉਦੋਂ ਉਮਰ ਮਹਾਰਾਜ ਜੀ ਦੀ 4 ਸਾਲ ਦੀ ਸੀ। ਖੇਡਦੇ ਹੋਏ, ਤੇ ਜਿਸ ਗਲੀ 'ਚੋਂ ਦਾਤਾ ਜੀ ਖੇਡਦੇ ਸਨ, ਆਪ ਜੀ ਨੂੰ ਗਿਆਤ ਹੋਵੇ ਉਸ ਗਲੀ ਦਾ ਨਾਮ ਹਰਮੰਦਰ ਗਲੀ ਹੈ। ਉਸ ਗਲੀ ਪੂਰੀ ਦਾ ਨਾਮ ਹਰਮੰਦਰ ਗਲੀ ਹੈ। ਉਹ ਗਲੀ ਰਾਜੇ ਫਤਿਹ ਚੰਦ ਮੈਣੀ ਦੇ ਘਰ ਤੱਕ ਜਾਂਦੀ, ਨੇਤਰ ਬੰਦ ਸਨ, ਤੇ ਮਹਾਰਾਜ ਖੁੰਡੀ ਸੱਟੀ ਤੇ ਚੁੱਪ ਕਰਕੇ ਉਹਦੀ ਗੋਦ 'ਚ ਆ ਗਏ। ਇਤਿਹਾਸ ਕਹਿੰਦਾ ਹੈ ਕਿ ਇੱਕੋ ਦਮ ਗਲਵਕੜੀ ਪਾਈ, ਸੀਨੇ ਨਾਲ ਲੱਗੇ, ਤੇ ਗਲਵਕੜੀ ਪਾ ਕੇ ਉਸ ਦੇ ਕੰਨ ਕੋਲ ਜਾ ਕੇ ਇੱਕੋ ਆਵਾਜ਼ ਦਿੱਤੀ, ਮਾਂ। ਬੈਠੀ ਧਿਆਨ 'ਚ ਹੈ, ਤੇ ਤਰਲੋਕੀ ਦਾ ਮਾਲਕ ਗੋਦ ਵਿੱਚ ਬੈਠ ਗਿਆ। ਜਿੰਨੀ ਦੇਰ ਤੱਕ ਪੁੱਤਰ ਦੀ ਵਾਸ਼ਨਾ ਸੀ, ਓਨੀ ਦੇਰ ਤੱਕ ਵਾਰ-ਵਾਰ ਧਿਆਨ ਵਿੱਚੋਂ ਖਿੰਡੇ, ਤੇ ਜਦੋਂ ਵਾਸ਼ਨਾ ਤੋਂ ਮੁਕਤ ਹੋਈ, ਕੇਵਲ ਨਿਰਮਲ ਪ੍ਰੇਮ ਰਹਿ ਗਿਆ। ਜਿਹਨੂੰ ਮੰਗਦੀ ਪਈ ਸੀ ਮੈਂ ਇਹਦੇ ਤੋਂ ਪੁੱਤਰ ਮੰਗਾਂਗੀ, ਉਹ ਖੁਦ ਪੁੱਤਰ ਬਣ ਕੇ ਗੋਦੀ ਵਿੱਚ ਮਾਂ ਕਹਿਣ ਲੱਗ ਪਿਆ। ਮੇਰੇ ਨੁਕਤੇ ਨੂੰ ਸਮਝਿਓ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਸਿਰਫ ਇੱਕ ਉਦਾਹਰਨ ਲਈ ਅਸੀਂ ਸਾਖੀ ਰੂਪ, ਕਿ ਗੱਲ ਨੂੰ ਸਮਝਣ ਲਈ ਇਹ ਨਾ ਸਮਝੋ ਕਿ ਮੈਂ ਸ਼ਾਇਦ ਕਥਾ ਖੱਬੇ ਸੱਜੇ ਲੈ ਗਿਆ ਟਾਈਮ ਪਾਸ ਕਰਨ। ਹੁਣ ਦੇਖੋ ਉੱਥੇ ਕੀ ਹੋਇਆ। ਉਹਨਾਂ ਨੇ ਆਵਾਜ਼ ਦਿੱਤੀ ਮਾਂ, ਤੇ ਜਿਹੜੀ ਪੁੱਤਰ ਨੂੰ ਸਹਿਕਦੀ ਹੋਵੇ ਉਹਦੇ ਕੰਨਾਂ ਵਿੱਚ ਆਵਾਜ਼ ਪੈ ਜਾਏ ਮਾਂ, ਤੇ ਉਹਦਾ ਰੋਮ ਰੋਮ ਕਿਸੇ ਚਰਨਾਟ ਛਿੜ ਗਈ, ਕਿਸੇ ਅਕੈ ਰਸ ਵੀ ਚਲੀ ਗਈ। ਨੇਤਰ ਖੁੱਲੇ, ਅੱਖਾਂ ਭਿੱਜੀਆਂ ਸਨ। ਚਰਨ ਪਕੜਨ ਦਾ ਯਤਨ ਕੀਤਾ, ਪਰ ਬਾਲਾ ਪ੍ਰੀਤਮ ਨੇ ਕਿਹਾ ਨਹੀਂ ਮਾਂ, ਮਾਵਾਂ ਪੈਰਾਂ ਨੂੰ ਹੱਥ ਨਹੀਂ ਲਾਉਂਦੀਆਂ, ਮਾਵਾਂ ਸੀਸ ਉੱਤੇ ਪਿਆਰ ਦਿੰਦੀਆਂ। ਕਹਿੰਦੇ ਨੇ ਵੇਖੋ ਰੱਬ ਦੇ ਰੰਗ, ਸੂਕੇ ਕਾਸ਼ਟ ਖਰਿਆ ਖੋਣ ਲੱਗਾ, ਗੁਰ ਪ੍ਰਸਾਦ ਵਰਤਣ ਲੱਗਾ। ਮਾਂ ਪੈਰਾਂ ਨੂੰ ਨਹੀਂ, ਸਿਰ ਤੇ ਹੱਥ ਰੱਖ। ਤੇ ਕਹਿੰਦੇ ਨੇ ਰਾਣੀ ਜਾਰੋ ਜ਼ਾਰ ਰੋ ਪਈ। ਸਤਿਗੁਰੂ ਨੇ ਗਲਵਕੜੀ 'ਚ ਲਿਆ, ਫਿਰ ਸ਼ਬਦ ਵਰਤਿਆ ਮਾਂ। ਕਹਿੰਦੇ ਨੇ ਮਾਂ ਸ਼ਬਦ ਪੂਰੇ ਬ੍ਰਹਿਮੰਡ 'ਚ ਗੂੰਜ ਗਿਆ। ਇੰਨੀ ਦੇਰ ਨੂੰ ਦਾਸੀ ਆ ਗਈ, ਉਹਨੂੰ ਸਮਝ ਨਹੀਂ ਕਿ ਰਾਣੀ ਦੀ ਅਵਸਥਾ ਕੀ ਏ। ਕਹਿਣ ਲੱਗੀ ਬਾਲਾ ਪ੍ਰੀਤਮ, ਤਰਸ ਦੇ ਘਰ 'ਚ ਆਏ ਹੋ, ਤੁਹਾਨੂੰ ਰੋਜ਼ ਰਾਣੀ ਜੀ ਪੁਕਾਰਦੇ ਸਨ। ਕਹਿਣ ਲੱਗੇ ਮਾਂ ਤੂੰ ਜਿੱਦਣ ਪੁਕਾਰਿਆ ਅਸੀਂ ਉਦਣ ਹੀ ਆ ਗਏ। ਪਹਿਲਾਂ ਤਾਂ ਤਿਆਰੀ ਸੀ ਪੁਕਾਰਨ ਦੀ, ਪੁਕਾਰ ਅੱਜ ਹੀ ਹੋਈ, ਅਸੀਂ ਆ ਗਏ। ਤੇ ਦਾਸੀ ਕਹਿੰਦੀ ਹੈ ਬਾਲਾ ਪ੍ਰੀਤਮ ਇੱਕ ਕਿਰਪਾ ਕਰੋ, ਰਾਣੀ ਦੀ ਗੋਦ 'ਚ ਬੈਠੇ ਹੋ, ਇਸ ਗੋਦ ਨੂੰ ਭਾਗ ਲੱਗ ਜਾਏ, ਪੁੱਤਰ ਦੀ ਦਾਤ ਮਿਲੇ। ਕਹਿਣ ਲੱਗੇ ਮਾਂ ਅੱਖਾਂ ਖੋਲ, ਤੈਨੂੰ ਪੁੱਤਰ ਚਾਹੀਦਾ। ਰਾਣੀ ਕੁਛ ਨਹੀਂ ਬੋਲੀ, ਕਿਉਂਕਿ ਉਹਦੀ ਅੰਦਰ ਦੀ ਕਾਮਨਾ ਮੁੱਕ ਚੁੱਕੀ ਸੀ। ਅੰਦਰ ਉਹਦੇ ਕੋਈ ਵਾਸ਼ਨਾ ਨਹੀਂ ਸੀ ਪੁੱਤਰ ਦੀ। ਕਹਿਣ ਲੱਗੇ ਤੈਨੂੰ ਪੁੱਤਰ ਚਾਹੀਦਾ ਮਾਂ, ਅੱਖਾਂ ਖੋਲ ਕੇ ਦੇਖ, ਪੁੱਤਰ ਜਨ ਦੀ ਲੋੜ ਨਹੀਂ, ਪਲਿਆ ਪਲਾਇਆ ਤੇਰਾ ਗੋਦ ਵਿੱਚ ਪੁੱਤਰ ਬੈਠ ਗਿਆ। ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਇਸ ਵਲਵਲੇ ਨੂੰ ਸਮਝੀਏ, ਇਸ ਪਿਆਰ ਦੀ ਦਾਸਤਾਨ ਨੂੰ ਸਮਝੀਏ, ਖੁਸ਼ਕ ਹੋ ਕੇ ਨਹੀਂ। ਉਸ ਵਕਤ ਰਾਣੀ ਦੇ ਨੇਤਰਾਂ 'ਚ ਨੀਰ ਸੀ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ। ਕਹਿਣ ਲੱਗੇ ਇੱਕ ਵਾਰੀ ਮੈਨੂੰ ਪੁੱਤਰ ਕਹਿ ਤਾਂ ਸਹੀ। ਦਾਸੀ ਨੇ ਗੱਲ ਕਹਿ ਦਿੱਤੀ। ਕਹਿਣ ਲੱਗੇ ਬਾਲਾ ਪ੍ਰੀਤਮ, ਪਟਨਾ ਸਾਹਿਬ ਮਾਵਾਂ 2 ਤੇ ਪੁੱਤਰ 1। ਤੇ ਅੱਗੋਂ ਹੱਸ ਕੇ ਕਹਿੰਦੇ ਨੇ ਤਾਂ ਕੀ ਹੋਇਆ, ਅੱਖਾਂ ਵੀ ਤੇ 2 ਨੇ ਪਰ ਜੋਤਾਂ ਤਾਂ 2 ਨਹੀਂ ਨਾ। ਜੇ 2 ਅੱਖਾਂ ਤੇ ਜੋਤ 1 ਹੈ, 2 ਮਾਵਾਂ ਤੇ ਪੁੱਤ 1 ਹੈ। ਕਹਿਣ ਲੱਗੇ ਕਿਵੇਂ ਖੇਡੋਗੇ। ਕਹਿਣ ਲੱਗੇ ਰਾਤ ਨੂੰ ਪੂਰਨਮਾਸ਼ੀ ਦੀ ਨੂੰ ਚੰਦਰਮਾ ਗੰਗਾ ਦੇ ਪਾਣੀ ਵਿੱਚ ਵੀ ਦਿਸਦਾ ਹੈ ਤੇ ਝੀਲ ਦੇ ਪਾਣੀ ਵਿੱਚ ਵੀ ਦਿਸਦਾ ਹੈ, ਇੱਕੋ ਸਮੇਂ ਦੋਨਾਂ ਪਾਣੀਆਂ ਵਿੱਚ ਖੇਡਦਾ। ਕਹਿਣ ਲੱਗੇ ਦਿਨੇ ਮਾਂ ਤੇਰੀ ਗੋਦ 'ਚ ਖੇਡਾਂਗਾ, ਰਾਤ ਨੂੰ ਮਾਂ ਗੁਜਰੀ ਕੋਲ ਚਲਾ ਜਾਵਾਂਗਾ। ਤੁਸੀਂ ਧਿਆਨ ਦਿਆ ਜੇ, ਉਸ ਵਕਤ ਹੁਣ ਇਹ ਗੱਲ ਨਾ ਰਾਜੇ ਦੀ ਹੈ। ਮੈਂ ਬੇਨਤੀ ਕਰਾਂ, ਪ੍ਰੇਮ ਦੇ ਵਲਵਲੇ ਐਸੇ ਨੇ। ਕਹਿਣ ਲੱਗੇ ਤੁਸੀਂ ਮਾਂ ਮੈਂ ਪੁੱਤਰ, ਤੇ ਨਾ ਲਫ਼ਜ਼ ਕਹਿ ਮਾਂ ਭੁੱਖ ਲੱਗੀ ਹੈ ਕੋਈ ਸ਼ਕਨ ਨੂੰ ਦੇ। ਅੱਜ ਰਾਜਾ ਆ ਗਿਆ, ਘਰ ਸਾਰਾ ਬਾਗੋ ਬਾਗ ਹੋ ਗਿਆ। ਜਿਹੜਾ ਬੱਚੇ ਦੀਆਂ ਕਲਕਾਰੀਆਂ ਨੂੰ ਸਹਿਕਦਾ ਸੀ ਵਿਹੜਾ, ਉਸ ਵਿਹੜੇ ਵਿੱਚ ਬਾਲ ਬਾਲ ਖੇਡਣ। ਤੇ ਕਹਿਣ ਲੱਗੇ ਜਾਓ ਬਾਜ਼ਾਰ ਵਿੱਚੋਂ ਕੁਝ ਲਿਆਓ। ਕਹਿੰਦੇ ਨਹੀਂ ਮਾਂ, ਬਾਜ਼ਾਰ ਦੇ ਕੀਮਤੀ ਪਕਵਾਨ ਬਿਲਕੁਲ ਫਿੱਕੇ ਨੇ, ਮਾਂ ਦੇ ਹੱਥ ਦੀ ਸੁੱਕੀ ਰੋਟੀ ਵਿੱਚ ਵੀ ਬੜਾ ਰਸ ਹੈ।
ਜੋ ਤੂੰ ਬਣਾਇਆ ਉਹ ਦੇ। ਤੇ ਮੈਨੂੰ ਯਾਦ ਆਉਂਦਾ, ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ। ਸਾਡੇ ਸਿਆਣੇ ਇੱਕ ਸੱਜਣ ਨੇ ਲਿਖਿਆ ਸੀ ਕਿ ਪੁੱਤਰ ਦੀ ਵਿਆਹ ਦੀ ਉਮਰ ਕਿਹੜੀ ਹੈ। ਉਹ ਕਹਿੰਦਾ ਸੀ ਜਦੋਂ ਪੁੱਤਰ ਮਾਂ ਦੀ ਰੋਟੀ 'ਚੋਂ ਨੁਕਸ ਕੱਢਣ ਲੱਗ ਪਵੇ। ਮੈਨੂੰ ਗੱਲ ਬੜੀ ਚੰਗੀ ਲੱਗੀ, ਭਾਵੇਂ ਦਿਨ ਟੁੱਕਦੀ ਨਹੀਂ। ਕਹਿਣ ਲੱਗੇ ਮਾਂ ਉਹ ਛੋਲੇ ਉਹ ਪੂਰੀਆਂ ਛਕਾਏ, ਸਾਰਾ ਦਿਨ ਵਿਹੜੇ 'ਚ ਖੇਡਦੇ ਸਨ ਮਹਾਰਾਜ। ਅੱਜ ਵੀ ਤੁਸੀਂ ਜਾਓ, ਰੋਜ਼ਾਨਾ ਬੱਚਿਆਂ ਦੀ ਪੰਗਤ ਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਉਹੀ ਛੋਲੇ ਪੂਰੀਆਂ ਛਕਾਏ ਜਾਂਦੇ। ਹੁਣ ਸਾਰਾ ਦਿਨ ਇੱਥੇ ਖੇਡਣਾ ਤੇ ਸ਼ਾਮ ਨੂੰ ਮਾਤ ਗੁਜਰੀ ਕੋਲ ਜਾਣਾ। ਤੇ ਉਹ ਹਜ਼ੂਰ ਜਾਂਦੇ ਸਨ ਹਨੇਰਾ ਪਿਆ ਉੱਥੋਂ। ਅੱਜ ਵੀ ਸਿਰਫ ਤਖਤ ਪਟਨਾ ਸਾਹਿਬ ਜਿੱਥੇ ਰਹਿ ਰਾਸ ਦਾ ਪਾਠ ਹਨੇਰਾ ਪਿਆ ਸ਼ੁਰੂ ਹੁੰਦਾ ਹੈ, ਕਿਉਂਕਿ ਜਦੋਂ ਬਾਲਾ ਪ੍ਰੀਤਮ ਪਹੁੰਚਦੇ ਸਨ ਰਹਿ ਰਾਸ ਦਾ ਪਾਠ ਪਰਿਵਾਰ ਉਦੋਂ ਸ਼ੁਰੂ ਕਰਦਾ ਸੀ। ਅੱਜ ਵੀ ਇਸੇ ਤਰ੍ਹਾਂ ਹਨੇਰਾ ਪੈਂਦਾ, ਉਦੋਂ ਪਾਠ ਸ਼ੁਰੂ ਹੁੰਦਾ ਹੈ। ਮੈਂ ਬੇਨਤੀ ਕਰਾਂਗਾ ਕਿ ਦੇਖੋ ਉਹ ਪਿਆਰ, ਸ਼ਾਇਦ ਪੁੱਤਰ ਮਿਲਦਾ, ਇੱਕ ਦੋ ਪੀੜ੍ਹੀ ਚੱਲਦੀ, ਕਹਿੰਦੇ ਵੀ ਇੱਥੇ ਮਹਾਰਾਜ ਪੁੱਤਰ ਦੇ ਕੇ ਗਏ। ਪਰ ਜਿਸ ਦਿਨ ਦਾਤਾ ਤਰਸ ਦੇ ਘਰ 'ਚ ਆਇਆ, ਆਪਣੇ ਆਪ ਨੂੰ ਪੁੱਤ ਬਣਾ ਲਿਆ। ਜਦੋਂ ਤੁਰਨ ਲੱਗੇ ਤੇ ਰਾਣੀ ਬਹੁਤ ਬੈਰਾਗ ਸੀ, ਗਸ਼ੀ ਤੱਕ ਪਈ। ਮਹਾਰਾਜ ਕੋਲ ਜਾ ਕੇ ਕਹਿੰਦੇ ਮਾਂ ਤੂੰ ਕਿਉਂ ਬੈਰਾਗ ਕੀਤਾ? ਕਹਿਣ ਲੱਗੇ ਤੁਸੀਂ ਪੁੱਤਰ ਬਣੇ ਚੱਲੇ ਹੋ। ਕਹਿੰਦੇ ਤੇਰੇ ਨਾਲ ਵਾਅਦਾ ਕੀਤਾ ਜਿੰਨੀ ਦੇਰ ਤੱਕ ਤੇਰਾ ਸਰੀਰ ਹੈ ਇਹਨਾਂ ਬੱਚਿਆਂ ਨੂੰ ਤੂੰ ਪ੍ਰਸ਼ਾਦ ਛਕਾਈ, ਅਸੀਂ ਵਿੱਚ ਖੋਵਾਂਗੇ। ਇੱਕ ਬੂਟਾ ਲਿਆ, ਕਰੋਂਦ ਦਾ ਬੂਟਾ, ਆਪਣੇ ਹੱਥੀਂ ਲਾਇਆ। ਕਹਿਣ ਲੱਗੇ ਲੈ ਮਾਂ ਇਸ ਬੂਟੇ ਨੂੰ ਕਦੀ ਸੋਕਾ ਨਹੀਂ ਪਏਗਾ। ਉਹ ਬੂਟਾ ਅੱਜ ਵੀ ਉੱਥੇ ਕਰੋਂਦ ਦਾ ਹੈ, ਉੱਥੇ ਲੱਗਾ ਹੋਇਆ। ਮੈਂ ਇੱਕ ਬੇਨਤੀ ਕਰਾਂਗਾ ਪਿਆਰਿਓ, ਜਿਹੜੀ ਪ੍ਰੀਤ ਹੈ ਜਦੋਂ ਸੱਚੀ ਪ੍ਰੀਤ ਬਣੇਗੀ ਵਾਸ਼ਨਾ ਮੁੱਕੇਗੀ। ਮੈਂ ਗੱਲ ਸਿਰਫ ਇਹ ਕਹਿ ਰਿਹਾ ਸੀ, ਇਸ ਗੱਲ ਨੂੰ ਸਿੱਧ ਕਰ ਲਈ ਕਿ ਪੁੱਤਰ ਲਈ ਬੈਠੀ ਜਿੱਦਣ ਵਾਸ਼ਨਾ ਤੋਂ ਮੁਕਤ ਹੋ ਗਈ ਉਹ ਦਿਨ ਗੁਰੂ ਹੀ ਪੁੱਤ ਬਣ ਕੇ ਆ ਗਿਆ। ਸੱਚੀ ਪ੍ਰੀਤ ਹੈ ਕਿ ਵਾਸ਼ਨਾ ਤੋਂ ਮੁਕਤੀ ਹੋ ਜਾਣੀ, ਕਿਸੇ ਕਿਸਮ ਦਾ ਫੁਰਨਾ ਨਾ ਉੱਠਣਾ। ਇੱਥੇ ਭਗਤ ਜੀ ਨੇ ਸ਼ਬਦ ਵਰਤਿਆ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਸਾਡਾ ਸੱਚਾ ਪਿਆਰ ਤੁਹਾਡੇ ਨਾਲ ਬਣ ਗਿਆ। ਤੁਮ ਸਿਓ ਜੋਰ, ਤੇਰੇ ਨਾਲ ਜੋੜ ਕੇ ਅਵਰ ਸੰਗ ਤੋਰੀ, ਬਾਕੀ ਕਿਸੇ ਨਾਲ ਨਹੀਂ। ਜੋ ਤੈਨੂੰ ਥਾਂ ਦਿੱਤੀ ਉਹ ਕਿਸੇ ਹੋਰ ਨੂੰ ਨਹੀਂ। ਸੱਚੀ ਪ੍ਰੀਤ ਹੀ ਕਹਿੰਦੀ ਹੈ ਕਰਵਤ ਭਲਾ ਨਾ ਕਰਵਟ ਤੇਰੀ। ਸੱਚੀ ਪ੍ਰੀਤ ਝੂਠੀ ਨਹੀਂ ਕਹਿੰਦੀ। ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਪਿੱਠ ਨਾ ਕਰੀ ਸਿਰ ਤੇ ਆਰਾ ਚਲਾ ਲੈ। ਆਰੇ ਦਾ ਦੁੱਖ ਮੈਂ ਜਰ ਲਾਂਗਾ, ਪਰ ਤੂੰ ਮੁਖ ਮੋੜ ਗਿਆ ਤੇ ਜਰਿਆ ਨਹੀਂ ਜਾਣਾ। ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਖੌਂ ਵਾਰੀ ਮੁਖ ਫੇਰ ਪਿਆਰੇ, ਸਾਚੀ ਪ੍ਰੀਤਮ ਤੁਮ ਸਿਓ ਜੋਰੀ। ਖੌਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰੇ, ਜੇ ਤਨ ਨੂੰ ਚੀਰੇ ਤੋ ਅੰਗ ਨਾ ਮੋਰੂ, ਸਰੀਰ ਨਹੀਂ ਪਿੱਛੇ ਖਿੱਚਾਂਗਾ। ਪਿੰਡ ਪਰੈ ਤੋ ਪ੍ਰੀਤ ਨਾ ਤੋਰੂ, ਕਿਉਂਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਰੱਤੇ ਸਹੀ, ਕੱਲ ਵੀ ਅਰਜ਼ ਕੀਤਾ ਸੀ, ਸਾਚੀ ਪ੍ਰੀਤ ਰੱਤੇ ਸਹੀ ਜੇ ਮੁਖ ਨਾ ਮੁੜਨ, ਜਿਨੀ ਸੰਝਾਤਾ ਸਾਈਂ ਝੜ ਝੜ ਪਾਉਂਦੇ ਕੱਚੇ ਬਿਰਖੀ, ਜਿੰਨਾ ਕਾਰ ਨਾ ਆਈ। ਸਾਚੀ ਪ੍ਰੀਤ ਵਾਲਾ ਕਹਿੰਦਾ ਜੋਬਨ ਜਾਂਦੇ ਨਾ ਡਰਾਂ, ਜਵਾਨੀ ਚਲੀ ਜਾਏ ਕੋਈ ਡਰ ਨਹੀਂ, ਪਰ ਪਿਆਰ ਨਾ ਜਾਏ। ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਦੇਖੋ ਭਾਈ ਵੀਰ ਸਿੰਘ ਹੁਣਾਂ ਨੇ ਇੱਕ ਬੜੀ ਪਿਆਰੀ ਲੱਗੀ ਰੁਬਾਈ ਲਿਖੀ ਸੀ, 4 ਤੁਕਾਂ ਦੀ, ਬੜੇ ਪੰਜਾਬੀ ਦੇ ਬੜੇ ਸੌਖੇ ਅਰਥ ਨੇ। ਸੱਚੀ ਪ੍ਰੀਤ ਕਹਿੰਦੇ ਲੱਗੇ ਪ੍ਰੀਤ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਲੇ, ਕਦੀ ਅੱਖਾਂ ਤੋਂ ਦੂਰ ਨਾ ਜਾਏ ਪਿਆਰਾ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਲੇ। ਜੇਕਰ ਅੱਖੀਆਂ ਤੋਂ ਕਦੀ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ। ਸੂਰਤ ਤੇ ਸੁਰਤ ਦੋ ਸ਼ਬਦ ਦੇ ਵਿੱਚ ਆਉਣੇ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਲੇ। ਕਦੀ ਅੱਖੀਆਂ ਤੋਂ ਜੇ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ। ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ, ਨਾਮ ਜੀਵ ਤੋਂ ਕਦੇ ਨਾ ਹੋਏ ਓਲੇ। ਨਾਮ ਨਾ ਭੁੱਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਲੇ, ਸੁਰਤ ਦੇ ਤੋਂ ਸ਼ਾਲਾ ਤਦ ਹੋਏ ਓਲੇ। ਜਿੱਦਨ ਪਿਆਰਿਆ ਤੇਰਾ ਨਾਮ ਭੁੱਲ ਜਾਏ,
उदन जिंद कढ़ ली, क्योंकि तेरे प्यार तो बिना जिंदगी कोई नहीं। सच्ची प्रीत जदों इहदे नाल जुड़ेगी, इनू इउं समझ लो, मैं अपनियां धीआं भैणां बैठियां ने, मैं एक उदाहरण देना हुन्ना कि सच्ची प्रीत बन जाए मोह टुटेगा। जिवें एक बेटी मापियां दे घर च पढ़दी, असीं पालने धी नूं 22 23 24 साल तक, ते पुराने समय चलो हुण तलीम लई दूर भी जाना पैंदा है, ते जदों बेटी किते मापियां दे घर तो मासी घर भी जाना, पुरानी मैं उदाहरण देन लगा, उन्हें रात रोना, माँ तो बिना चित नहीं लगता, वापस आना ते कहना नहीं माँ मैं अज तो बाद नहीं बाहर किते जाना, किसे रिश्तेदार कोल नहीं जाना, हर चीज़ माँ की चंगी लगनी। पर जिदन उसे बेटी नूं गोद च बिठाना, प्यार देन तो बाद डोली उहदी उठानी, लावां तो बाद धी दूर चली जानी, ते फिर कहना धीए तू आ, कहना मैं 2-4 दिन आंगी, मेरे कोल टाइम इन्ना नहीं, मेरा अपना घर विगड़दा है। जिदन पति नाल सांझ बन जाए, पिता दे घर दे मोह दी तंद टुट जाती है, जिदन सच्ची प्रीत बन जाए उदन संसार दी तंद टुट जाती है। बस एक समझण लई उदाहरण है। महाराज कहते ने साची प्रीत हम तुम स्यो जोरी, तुम स्यो जोर अवर संग तोरी। बाकी किते ना रह गई, फर्ज अदा करने आ, पर प्यार तेरे नाल ही है। हजूर सच्चे पातशाह कहते ने, भगत साहब जी कहन लगे मेरे मालिक जह जह जाऊँ तां तेरी सेवा, मैं जिथे जाना तू ही है। तेरी सेवा दा अर्थ वैसे बंदगी भी हुंदा है। मैं किते भी जाना, किहड़ी थां जिथे तेरी सेवा नहीं। प्यारिओ सिख नूं ते दात ही इन्नी दित्ती है, सिख चुरस्ते विच खलोते होए किसे रोगी नूं भी चुक देवे, सच है वो गुरु की सेवा हुंदी है, वो परमात्मा की सेवा हुंदी। जिथे जिथे जाना तेरी सेवा तेरी बंदगी मेरे नाल है। तुम स्यो ठाकुर और ना देवा, बड़े देवते ने, तेरे वर्गा ना कोई देवता है, ते तेरे वर्गा ठाकुर भी कोई नहीं। तुम स्यो ठाकुर और ना देवा। कहन लगे मेरे मालिक तुमरे भजन कटें जम फांसा, आ जमा दियां फाइयां भजन नाल कट्टणगियां। ते जदों देखने हैं ना, मैं पिछले दिन ही अर्ज की एक कि देखो असीं रात नूं सौण लग्गियां सोहिला साहिब पढ़ने, मैं अगे तुर पिया, तेरा भजन मौत दियां फाइयां किटदा। वैसे सोहिले दा आखरी अर्थ है विआह वेले गाया जाण वाला खुशी दा गीत, मंगलमई गीत। महाराज कहंदे ने कि विआह वेले जिहड़ा गीत गाया जाए, कदी मौत वेले कोई गांदा है? नहीं, मौत वेले वैण पाए जांदे ने। सतगुरु तो कुर्बान जाओ कि गुरु ने मौत नूं भी सोहिला बना दिता। असीं पढ़दे हां घर घर एको संबत साहा लिखिया, मिलकर पावो तेल, दिओ सज्जन आसीसड़ियां जो होवैं साहिब स्यों मेल। घर घर एको पहुंचा सदड़े नित पवन, सदन खारा सिमरिए नानक से दे अवन। उन्नी देर तक वैन ने जिन्नी देर तक नाम नहीं। जिदन अंदर नाम आ जाए उदन मौत भी विआह वाली खुशी बन जाती है। सतगुरु ने वरतवा शब्द सोहिला, परमात्मा की खुशी का गीत, मंगलमई गीत। हुण मौत का डर सब तो ज़्यादा, बड़ा डर लगता जे सच्ची गल तो आपां तुरे सारे उधर ही जाने पे। अगे वह शब्द आना है, मैं ये फ्री माउंट जाके अर्ज करनी है, क्योंकि कल की कथा जो गुरु साहब बुलाणगे शब्दों 2-3 दिन चलना है। जल की भीत पवन का थंबा, मौत के नेड़े आपां जाने पे जिन्हें भी आपां। तो मैं पिछले दिन अर्ज करके आया सा, जिस दिन जन्म का पहला सवास शुरू होंदा है उस दिन मौत की नेड़ता शुरू हो जाती। साह बाहर निकलिया मौत के नेड़े, सो दे अवन वो दिन आ रहे। कबीर साहब ने तो क्या, जननी जानत सुध बड़ा होता है, इतना कू ना जाने। जे दिन दिन अवट घटता है, मां नूं पता ही नहीं कि उम्र घटती पई, साडी भी तो घटती पई। ऐस तां पूरे सा ना जदों जम्मे नहीं, जदों तुरन लग पे उदों नेड़े नेड़े आउण लग पे, वो बिल्कुल नेड़े। सतगुरु कहंदे ने नानक से दे अवन। मौत एक डर है, पर जदों कोई गुरु नाल जुड़े कि उदों मौत भै रहिंदा है, उदों नहीं प्यारे, उदों मौत भी प्रेम की खेड बन जाता है। इसे नूं सतगुरु ने कहा, जो तो प्रेम खेलन का चाओ, सिर तर तली गली मेरी आओ। सिर तली ते रखना। इत्थे मैं एक छोटी जी उदाहरण देंगा। जाना सब ने में, पर प्यारिओ बंदगी सिमरन का पल्ला ना छड्डियो, ये मौत के भय तो भी मुक्त करेगी।
अंत काल जो नारायण सिमरै, ऐसी चिंता में जे मरै। बद तरलोचन ते नर मुक्ता, पीतांबर वाकै हृदय बस। सतगुरु ने बाणी च क्या जाना किव मरेंगे, मौत कदी सहेली मनी, क्या जाना किव मरेंगे, कैसा मरना होए, जेकर साहिब मनो ना विसरै तां सहला। सौखा प्यारिओ, किवें सहला होवे। हुण ਜਿਹੜੇ ਅਸੀਂ ਪਾਠ ਬਾਣੀ ਪੜ੍ਹਨੇ ਆ, ਇਹ ਸਭ ਨੂੰ ਪਤਾ ਵੀ ਮੌਤ ਆਉਣੀ। ਮੈਂ ਤਾਂ ਜਦੋਂ ਕਈ ਵਾਰੀ ਦੇਖਣਾ, ਮੈਂ ਸੋਚਣਾ ਇਹ ਅਸੀਂ ਸਾਰੇ ਮੌਤ ਦੀਆਂ ਗਰਾਹੀਆਂ ਵਾਂ, ਤੇ ਇੱਕ ਦਿਨ ਗਰਾਈ ਬਣਨੀ। ਭਾਈ ਸਾਹਿਬ ਤੋਂ ਕਿਸੇ ਪੁੱਛਿਆ, ਭਾਈ ਗੁਰਦਾਸ ਸਾਹਿਬ ਤੋਂ, ਵੀ ਇਹ ਸਾਰੀ ਬਾਣੀ 'ਚ ਕਿਹਾ, ਜਿਵੇਂ ਇਹ ਆਇਆ ਵੀ ਮੌਤ ਦੀ ਫਾਹੀ ਕੱਟੀ ਗਏ, ਤੇ ਗੁਰੂ ਗ੍ਰੰਥ ਸਾਹਿਬ 'ਚ ਆਇਆ ਜੀਭ ਕੈਂਚੀ ਏ, ਰੱਬ ਮਿਹਰ ਕਰੇ ਇਹ ਕੈਂਚੀ ਨਿੰਦਿਆ ਵਾਲੀ ਬਣ ਗਈ ਤੇ ਲੋਕਾਂ ਦੀਆਂ ਜੜ੍ਹਾਂ ਵੱਢੇਗੀ, ਤੇ ਜੇ ਕਿਤੇ ਨਾਮ ਵਾਲੀ ਬਣ ਗਈ ਤੇ ਜਮਾਂ ਦੀ ਫਾਈ ਵੱਢੇਗੀ। ਅਸੀਂ ਪੜ੍ਹਦੇ ਹਾਂ ਨਾ ਕਿ ਮਨ ਮੇਰੋ ਗੱਜ, ਜੇਵਾ ਮੇਰੀ ਕਾਤੀ, ਤੇ ਚੇਤੇ ਰੱਖਿਓ ਲੋਕਾਂ ਦੀਆਂ ਨਹੀਂ, ਮੱਪ ਮੱਪ ਕਾਟੂ ਜੰਮ ਕੀ ਫਾਂਸੀ। ਜਿਵੇਂ ਦਰਜੀ ਮਾਪ ਕੇ ਨਾ, ਉਹ ਕਹਿੰਦੇ ਨੇ ਇੰਨੀ ਮਾਪ ਕੇ ਕੱਟਣਾ ਪਿਆ ਇਹਦਾ ਗਲਾਵਾਂ ਹੀ ਨਾ ਬਣੇ। ਗਲਾਵਾਂ ਸ਼ਬਦ ਸਮਝਦੇ ਆਪਾਂ ਨਾ, ਜਦੋਂ ਡੰਗਰ ਬੰਨ੍ਹਦੇ ਸਾਂ ਗਲ ਵਿੱਚ ਰੱਸਾ ਪਾਉਣ ਲਈ, ਕਹਿੰਦੇ ਇੰਨਾ ਬਰੀਕ ਕੱਟ ਦਿੱਤਾ ਇਹ ਗਲਾਵਾਂ ਹੀ ਨਹੀਂ ਬਣਨਾ, ਫਾਈ ਨਹੀਂ ਬਣਨੀ। ਹੁਣ ਜੀ ਇਹ ਦੱਸੋ ਜੀ, ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਵੀ ਸਾਨੂੰ ਸਮਝਾਓ ਕਿ ਮੋਹ ਦੀਆਂ ਜੰਮ ਦੀਆਂ ਫਾਂਸੀਆਂ ਕਿਵੇਂ ਕੱਟੀਆਂ। ਮਰਦਾ ਤਾਂ ਹਰ ਕੋਈ, ਸੰਤ ਮੰਤ, ਪੀਰ ਫਕੀਰ, ਚੋਰ ਲੁਟੇਰਾ, ਬਾਦਸ਼ਾਹ ਪਰਜਾ, ਸਭ ਨੇ ਮਰਨਾ। ਉਹ ਕਹਿੰਦੇ ਨੇ ਪਰ ਫਰਕ ਜੇ ਥੋੜ੍ਹਾ ਜਿਹਾ। ਬਸ ਇਹੀ ਮੈਂ 3 ਗੱਲਾਂ ਕਹਿ ਕੇ ਸੰਪੰਨਤਾ ਕਰਾਂਗਾ। ਕਹਿੰਦੇ ਨੇ ਕੋਰਾ ਕਾਗਜ਼ ਲੈ ਲਓ, ਉਹਨੂੰ ਪਾਣੀ 'ਚ ਰੱਖੋ, ਜਾਂ ਕੋਰੇ ਕਾਗਜ਼ ਉੱਤੇ ਪਾਣੀ ਦੀਆਂ ਬੂੰਦਾਂ ਪਾਓ, ਤੇ ਉਹ ਕਾਗਜ਼ ਪਾਣੀ 'ਚ ਬੜੀ ਛੇਤੀ ਗਲੇਗਾ। ਪਾਣੀ ਦੇ ਜੱਗ 'ਚ, ਟੱਬ 'ਚ ਕਿਤੇ ਰੱਖ ਦਿਓ, ਕੋਰਾ ਕਾਗਜ਼ ਗਲੇਗਾ। ਪਰ ਜੇ ਉਸੇ ਵਰਗੇ ਕਾਗਜ਼ ਨੂੰ ਥਿੰਦੇ ਵਿੱਚ ਘਿਓ ਵਿੱਚ ਭਿਉਂ ਦਿਓ, ਤੇਲ ਵਿੱਚ ਭਿਓ ਦਿਓ, ਵੈਸੇ ਘਿਓ 'ਚ ਭਿਓਵੋ, ਤੇ ਭਿਉਣ ਤੋਂ ਬਾਅਦ ਉਹਨੂੰ ਪਾਣੀ 'ਚ ਰੱਖੋ, ਤੇ ਪਾਣੀ ਉਹਨੂੰ ਛੇਤੀ ਗਾਲਦਾ ਨਹੀਂ, ਕਿਉਂਕਿ ਜਿਸ ਕਾਗਜ਼ ਨੂੰ ਥਿੰਦਾ ਲੱਗ ਜਾਏ ਪਾਣੀ ਦੀ ਵੀ ਕਈ ਵਾਰੀ ਉਹਦੇ 'ਤੇ ਪੇਸ਼ ਨਹੀਂ ਜਾਂਦੀ। ਕੋਰਾ ਕਾਗਜ਼ ਗਲੇਗਾ, ਥਿੰਦੇ ਵਾਲਾ ਛੇਤੀ ਨਹੀਂ। ਕਹਿੰਦੇ ਨੇ ਕੋਰਾ ਜਾਏਗਾ ਤੇ ਮੌਤ ਦਾ ਭੈ ਹੈ, ਜੇ ਅੰਦਰ ਗੁਰੂ ਦੀ ਬਾਣੀ ਰੂਪੀ ਘਿਓ 'ਚ ਭਿੱਜ ਗਿਆ, ਸੱਚੇ ਵਿੱਚ ਜਮਦੂਤ ਵੀ ਤੇਰਾ ਕੁਝ ਨਹੀਂ ਵਿਗਾੜ ਸਕਦਾ। ਦੂਜਾ ਬਚਨ ਕੀਤਾ, ਕਹਿਣ ਲੱਗੇ ਲੱਖਾਂ ਪੰਡਾਂ ਰੂੰ ਦੀਆਂ ਲੈ ਲਓ, ਇੱਕ ਚਿੰਗਾਰੀ ਲਾਓ, ਤੇ ਇੱਕ ਚਿਨਗ ਲੱਖਾਂ ਗੱਠਾਂ ਰੂਹ ਦੀਆਂ ਫੂਕ ਦੇਗੀ। ਪਰ ਉਹਦੇ ਵਿੱਚੋਂ ਇੱਕ ਪੂਣੀਕ ਲੈ ਲਓ, ਉਹਨੂੰ ਵੱਟ ਕੇ ਬੱਤੀ ਬਣਾ ਕੇ ਦੀਵੇ 'ਚ ਪਾ ਦਿਓ, ਨਾਲ ਤੇਲ ਪਾ ਦਿਓ, ਤੇ ਮੂੰਹ ਤੇ ਅੱਗ ਲਾ ਦਿਓ। ਯਾਦ ਰੱਖਿਓ ਰੂਹ ਉਹੀ ਏ ਜਿਹਦੀ ਇੱਕ ਚਿੰਗਾੜੀ ਨੇ ਲੱਖਾਂ ਪੰਡਾਂ ਫੂਕ ਦਿੱਤੀਆਂ, ਪਰ ਸਾਰੀ ਰਾਤ ਦੀਵਾ ਬਲਦਾ ਰਿਹਾ, ਪਰ ਉਸ ਅੱਗ ਦੀ ਇੰਨੀ ਮਜਾਲ ਨਹੀਂ ਬੱਤੀ ਨੂੰ ਫੂਕ ਸਕੇ, ਕਿਉਂਕਿ ਜਿਹੜੀ ਦੀਵੇ ਦੇ ਤੇਲ ਨਾਲ ਮਿਲ ਜਾ ਉਹਨੂੰ ਅੱਗ ਵੀ ਛੇਤੀ ਨਹੀਂ ਫੂਕ ਸਕਦੀ। ਹੈ ਤਾਂ ਰੂਹ ਹੀ ਨਾ। ਤੀਜੀ ਬੇਨਤੀ, ਇਕੱਲਾ ਲੋਹਾ, ਇਕੱਲਾ ਪੱਥਰ ਪਾਣੀ 'ਚ ਸੱਟੋ ਤੇ ਡੁੱਬੇਗਾ। ਜੇ ਲੱਕੜ ਦੇ ਨਾਲ ਲੋਹਾ ਲਾ ਦਿਓ ਤੇ ਗੰਗਾ ਤੇ ਸਮੁੰਦਰ ਦੀਆਂ ਲਹਿਰਾਂ ਵੀ ਨਹੀਂ ਡੋਬ ਸਕਦੀਆਂ। ਕਹਿਣ ਲੱਗੇ ਜਿਹੜੇ ਬੰਦੇ ਗੁਰੂ ਦੇ ਸ਼ਬਦ ਨਾਲ ਮਿਲ ਗਏ, ਸੱਚੇ ਵਿੱਚ ਜਮਦੂਤ ਵੀ ਉਹਨਾਂ ਦਾ ਦਾਸ ਬਣ ਕੇ ਮੱਥਾ ਟੇਕ ਦਿੰਦਾ, ਉਹਦਾ ਭਜਨ ਫਾਈ ਕੱਟਦਾ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਬਚਨ ਕਿਹਾ। ਭਾਈ ਸਾਹਿਬ ਦੀ ਵੈਸੇ ਰਚਨਾ ਹੈ, ਜੈਸੇ ਕਰਤਾਸ, ਕਿਰਤਾਸ ਕਹਿੰਦੇ ਨੇ ਕਾਗਜ਼ ਨੂੰ, ਬ੍ਰਿਜ ਭਾਸ਼ਾ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ। ਅਰਥ ਸਪਸ਼ਟ ਹੋ ਗਿਆ, ਪਾਣੀ ਦੀ ਬੂੰਦ ਪਿਆ ਕਾਗਜ਼ ਗਲ ਜਾਂਦਾ। ਕਿਰਤ ਸੰਬੰਧ, ਜਦੋਂ ਘਿਓ ਨਾਲ ਸੰਬੰਧ ਬਣ ਗਏ ਤੇ ਫਿਰ ਉਸ ਵਕਤ ਗਲਦਾ ਨਹੀਂ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ, ਕਿਰਤ ਸੰਬੰਧ ਜਲ ਮਦ ਸਾਵਧਾਨ ਹੈ। ਜੈਸੇ ਕੋਟ ਭਾਰ ਤੂਲ ਤਨਕ ਚਿਨਗ ਭਰੈ, तेल मेल दीपक में बाती विद्यमान है। जैसे लो बूढ़ जात सलल में डारत की, काष्ट प्रसंग गंग सागर ना मान है। तैसे जमकाल ब्याल सकल संसार ग्रस है। मौत ब्याल दा अर्थ हुंदा वो सप जिहदा मूँह खलिया। सतगुरु की बाणी च भी शब्द हुंदा। हजूर ने फरमाया तैसे जमकाल ब्याल सकल संसार ग्रस है। सतगुरु भेट की दासन दसान है। एक फिर सवाल उठेगा भी मौत तो मौत, ये किवें फर्क पै गया? बस एक गल समझियो, मौत बिल्ला है। मानस बपरा मूसा कीनो मीच बलैया, बिल्ला है ना बिल्ली, मीच बलैया खाई है रे गुरु ग्रंथ साहब। बिल्ली का मूँह उही है, जदों चूहे नूं पकड़दी है ते पकड़ वाले दंद खोर ने
ਖੈਣ ਦੰਦ ਉਹੀ ਪਕੜਨ ਲੱਗਿਆਂ ਉਹਦੀ ਪਕੜ ਖੋਰ ਹੈ ਚੂਹੇ ਨੂੰ ਪਕੜਦਿਆਂ, ਤੇ ਜਦੋਂ ਆਪਣੇ ਬਲੂੰਗੇ ਨੂੰ ਚੁੱਕ ਕੇ ਇੱਕ ਘਰ ਤੋਂ ਦੂਜੇ ਘਰ ਚਲ ਜਾਂਦੀ, ਚੁੱਕਦੀ ਉਹਨਾਂ ਦੰਦਾਂ ਨਾਲ ਹੀ ਹੈ, ਪਰ ਇਸ ਢੰਗ ਨਾਲ ਪਕੜਦੀ ਇਹਨੂੰ ਕਿਤੇ ਦਰਦ ਨਾ ਹੋਵੇ। ਬਸ ਪਿਆਰਿਓ, ਆਹੀ ਗੱਲ ਜੇ ਜਿਹੜਾ ਸਿਮਰਨ ਨਾਲ ਜੁੜੇਗਾ। ਤੁਮਰੇ ਭਜਨ ਕਟੈ ਜਮ ਫਾਂਸਾ, ਕਿੰਨੇ ਕੁ ਕੱਟੇ ਗਏ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰ ਸਿਰਜਣਹਾਰ। ਉਹਨੂੰ ਜਪਿਆ ਜਿਨਨੇ ਸਭ ਕੁਝ ਪੈਦਾ ਕੀਤਾ। ਮਹਾਰਾਜ ਕਹਿੰਦੇ ਨੇ ਕਿ ਇੱਥੋਂ ਤੱਕ ਜਿੱਥੇ ਭਜਨ ਹੋਣ ਲੱਗ ਪਏ, ਉੱਥੇ ਧਰਮਰਾਜ ਵੀ ਕਹਿੰਦਾ ਹੈ ਕਿ ਜਮਦੂਤੋ ਜਾਇਓ ਨਾ, ਕਿਉਂਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਂ। ਇਹਦਾ ਮਤਲਬ ਧਰਮਰਾਜ ਮੈਂ ਨਾ ਹੋਂ ਨਾ ਤੂੰ ਨਾ ਛੁੱਟੇ, ਨਿਕਟ ਨਾ ਜਾਈਓ ਦੂਤ। ਮਹਾਰਾਜ ਕਹਿੰਦੇ ਨੇ ਕਿ ਚਿੱਤਰ ਗੁਪਤ ਸਭ ਲਿਖਤੇ ਲੇਖਾਂ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਉਹਨਾਂ ਵੱਲ ਨਜ਼ਰ ਵੇਖਣ ਕਿਤੇ। ਇੱਕ ਡਾਕਟਰ ਬਲਬੀਰ ਸਿੰਘ ਉਹਨਾਂ ਦੀ ਕਿਤਾਬ ਸੀ ਜੀ, ਉਹਦੇ 'ਚ ਇੱਕ ਲੇਖ ਹੈ ਸੇਵ ਕਮਾਈ। ਮੈਂ ਉਹ ਪੜ੍ਹ ਰਿਹਾ ਸਾਂ, ਤੇ ਜਿਹੜੇ ਆਪਣੇ ਸੇਵਾਪੰਥੀ ਮਹਾਂਪੁਰਖ ਨੇ ਨਾ, ਭਾਈ ਕਨ੍ਹਈਆ ਸਾਹਿਬ ਜੀ ਤੋਂ, ਇਹਨਾਂ ਦੇ ਵਿੱਚ ਬੜੇ ਕਰਨੀ ਕਮਾਣੀ ਵਾਲੇ। ਤੇ ਅੱਜ ਵੇਖੋ, ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਾਂਗਾ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਾਂਗਾ ਕਿ ਬੰਦਗੀ ਵਾਲੇ ਅੱਜ ਵੀ ਜੇ ਸਿਰਫ ਅੰਦਰ ਭਾਵਨਾ ਵਾਲਾ ਬਣਾ ਕੇ ਤੁਰੋ। ਸੱਚ ਇਹ ਵੇ, ਅਮਲੀ ਨਾ ਪੰਜਾਬ ਤੋਂ ਲੈ ਉਹ ਅਮਰੀਕਾ, ਤੇ ਤੁਸੀਂ ਕਹੋ ਹੁਣ ਤਾਂ ਛੁੱਟ ਗਿਆ, ਹੁਣ ਤੇ ਅਮਰੀਕਾ ਆ ਗਿਆ ਜਹਾਜ਼ ਤੇ ਚਾੜ ਕੇ ਲੈਣ ਦਾ। ਤੁਸੀਂ ਉਹਨੂੰ ਕਿਸੇ ਦਿਨ 4-10 ਗੋਰਿਆਂ ਨੇ ਮਿਲਾਓ, ਚੇਤੇ ਰੱਖਿਓ ਤੁਹਾਨੂੰ ਪਤਾ ਕੋਈ ਨਹੀਂ ਉਹਨੇ ਇਸੇ ਸ਼ਹਿਰ 'ਚ ਲੱਭ ਲੈਣਾ ਗੋਰਾ ਅਮਲੀ ਕਿਹੜਾ ਹੈ। ਚੋਰ ਨੂੰ ਚੋਰ ਲੱਭ ਜਾਂਦੇ ਨੇ, ਅਮਲੀ ਨੂੰ ਅਮਲੀ ਲੱਭ ਜਾਂਦੇ ਨੇ, ਵਿਸ਼ਈ ਨੂੰ ਵਿਸ਼ਈ ਲੱਭ ਜਾਂਦੇ ਨੇ, ਕਿਉਂਕਿ ਜਿਹੋ ਜੀ ਚਾਹ ਉਹੋ ਜੀ ਰਾਹ। ਤੇ ਜਿਹਨੂੰ ਅੰਦਰ ਭਗਤੀ ਦੀ ਚਾਹ, ਉਹ ਕਿਤੇ ਵੀ ਚਲਾ ਜਾਏ, ਬੰਦਗੀ ਵਾਲੇ ਉਹਨੂੰ ਮਿਲ ਜਾਂਦੇ ਨੇ, ਸਿਮਰਨ ਵਾਲੇ ਮਿਲਣਗੇ। ਅੱਜ ਵੀ ਕਮਾਈਆਂ ਵਾਲੇ ਖੈਣ, ਪਰ ਫਰਕ ਇੰਨਾ ਹੈ, ਜਿਹੜੇ ਸਾਡੇ ਵਰਗੇ ਇਸ਼ਤਿਹਾਰੀ ਮੁਰਜਮ ਆ, ਜਿਨ੍ਹਾਂ ਦੇ ਇਸ਼ਤਿਹਾਰ ਜਪਦੇ ਨੇ, ਉਹ ਬੰਦਗੀ ਵਾਲੇ ਕੋਈ ਨਹੀਂ। ਜਿਹੜੇ ਬੰਦਗੀ ਵਾਲੇ ਕੋਈ ਨਹੀਂ, ਉਹ ਸਾਹਮਣੇ ਕੋਈ ਨਹੀਂ ਹੁੰਦੇ, ਬੈਠੇ ਨੇ ਸਾਈਂ ਦੀ ਯਾਦ 'ਚ। ਇੱਕ ਨਹੀਂ ਅਨੇਕਾਂ। ਪਰ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਭਜਨ ਬੰਦਗੀ ਹੋਵੇ, ਉਹ ਸੇਵਾਪੰਥੀ ਮਹਾਂਪੁਰਖ ਕੀ ਕਰਦੇ ਸਨ, ਜਦੋਂ ਕਿਸੇ ਨੂੰ ਮਹੰਤ ਸਥਾਪਦੇ ਸਨ, ਇੱਕ ਚਟਾਈ, ਇੱਕ ਬਾਟਾ ਤੇ ਇੱਕ ਝਾੜੂ ਦਿੰਦੇ ਸਨ। ਇਹਦਾ ਮਤਲਬ ਸੀ ਕਿ ਚਟਾਈ ਦਾ ਅਰਥ ਜਿੱਥੇ ਰਾਤ ਪਏ ਲੇਟ ਜਾਈ, ਦੁੱਖ ਸੁੱਖ ਤੋਂ ਉੱਪਰ, ਤੇ ਝਾੜੂ ਦਿੰਦੇ ਸਨ ਸੇਵਾ ਕਰਨੀ। ਅੱਜ ਵੀ ਤੁਸੀਂ ਬਾਬਾ ਅਨੂਪ ਸਿੰਘ ਆਪ ਤੁਹਾਡੇ ਕੋਲ ਆਉਂਦੇ ਨੇ, ਸੰਤ ਅਨੂਪ ਸਿੰਘ, ਉਹਨਾਂ ਦੇ ਵਿਦਿਆ ਗੁਰੂ ਨੇ ਬਾਬਾ ਸਤਨਾਮ ਸਿੰਘ। ਮੈਂ ਚਲੋ ਜ਼ਿਕਰ ਤਾਂ ਕਰ ਲੱਗਾ ਕਿਉਂਕਿ ਅਸੀਂ ਅਕਸਰ ਜਾ ਚੁੱਕਿਆਂ ਨੂੰ ਸਭ ਕੁਝ ਮੰਨ ਲੈਂਦੇ ਹਾਂ, ਜਿਉਂਦਿਆਂ ਨੂੰ ਅਸੀਂ ਵੀ ਨਹੀਂ ਮੰਨਦੇ। ਕਿਉਂਕਿ ਜਿਉਂਦਿਆਂ ਨੂੰ ਮੰਨਣ ਲੱਗਿਆਂ ਸਾਡੀ ਈਗੋ ਖਲੋਂਦੀ ਹੈ ਕਿ ਮੇਰੇ ਤੋਂ ਚੰਗਾ ਕੋਈ ਹੋ ਸਕਦਾ, ਮੈਂ ਸਭ ਕੁਝ ਜਾਣ। ਅੱਜ ਵੀ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਉਸ ਬਜ਼ੁਰਗ ਨੂੰ ਕਿਤੇ ਦੇਖੋ, ਕੋਈ ਡੇਰਾ ਨਹੀਂ, ਢੇਲੀ ਕਿਸੇ। ਜੇ ਤੁਸੀਂ ਗਏ ਹੋ, ਤੁਹਾਡੇ ਚਰਨਾਂ ਨੂੰ ਪਕੜ ਲੈਣਾ, ਉਹ ਗੁਰੂ ਕੇ ਸਿੱਖਾ ਮੇਰੇ ਲਈ ਅਰਦਾਸ ਕਰਦੀ, ਤੂੰ ਇੰਨੀ ਦੂਰੋਂ ਚੱਲ ਕੇ ਆਇਆ। ਝਾੜੂ ਦੋਨੋਂ ਹੱਥ 'ਚ ਨੇ, 1000 ਆ ਗਿਆ, 10,000 ਆ ਗਿਆ, ਕਿਉਂਕਿ ਮੇਰੇ ਨਾਲ ਵਾਪਰਿਆ ਹੈ। ਮੰਨ ਲਓ ਕੋਈ ਕੀਰਤਨੀਆ ਪਤਾ ਲੱਗ ਗਿਆ, ਮੈਨੂੰ ਖੁਦ ਪਤਾ ਇਹ ਕੀਰਤਨੀਏ ਦਾ ਐਕਸੀਡੈਂਟ ਹੋ ਗਿਆ, ਮੈਂ ਨਾਂ ਨਹੀਂ ਲਾਂਗਾ। ਉਹ ਏਡੇ ਕਮਾਲ ਦਾ ਕੀਰਤਨੀਆ, ਬਾਣੀ ਇੰਨੀ ਕੰਠ, ਪਰ ਇਲਾਜ ਜੋਗੇ ਪੈਸੇ ਨੇ। ਮੈਨੂੰ ਕਿਹਾ ਕਿ ਭਰੋਸਾ ਸੀ ਉਹਨਾਂ ਨੂੰ, ਕਹਿਣ ਲੱਗੇ ਇਹਦੀ ਸੇਵਾ ਕਰੋ। ਮੈਂ ਸਤ ਬਚਨ ਜੀ ਜਿੰਨਾ ਕੁ ਤਿਲ ਫੁੱਲ ਸੀ ਦਿੱਤਾ, ਤੇ ਫਿਰ ਦੁਬਾਰਾ ਗਏ, ਉਹਨੂੰ ਕਹਿੰਦੇ ਖੋਨਾ ਆਸ ਰੱਖੀ, ਨਹੀਂ ਤੇ ਮਨ ਮੰਗਤਿਆਂ ਵਾਲੀ ਬਿਰਤੀ ਵਾਲਾ ਬਣ ਜਾਏਗਾ। ਦੇਖੋ ਕਮਾਲ ਕੀਤੀ। ਜੇ ਆਇਆ ਇਸ ਪਾਸੇ 10,000 ਆਇਆ, ਕੋਈ ਲੋੜਾਂ ਦਾ ਲੈ ਬਈ ਚੁੱਕ। ਮੈਂ ਕਿਹਾ ਵੀ ਕਮਾਲ ਹੋ ਗਈ ਹਰ ਵੇਲੇ ਬਾਣੀ 'ਚ। ਤੇ ਜਦੋਂ ਗੁਰੂ ਰਾਮਦਾਸ ਦੀ ਗੱਲ ਕਰਦੇ ਨੇ, ਤੇ ਇੱਕੋ ਗੱਲ ਕਹਿੰਦੇ ਨੇ, ਤੁਸੀਂ ਆਏ ਹੋ ਮੱਥਾ ਟੇਕ ਜਾ ਜੇ, ਤੇਰੀ ਪਰਿਕਰਮਾ 'ਚ ਕਮਲਾ ਪੁੱਤਰ ਤੇਰਾ ਬੈਠਾ, ਇਹਨੂੰ ਬਖਸ਼ ਲੈ। ਪਿਆਰਿਓ, ਅੱਜ ਵੀ ਖੈਨ ਸਿਰਫ ਕਿਉਂਕਿ ਸਾਡੇ ਅੰਦਰ ਇੱਕ ਗੱਲ ਵਾੜ ਦਿੱਤੀ ਗਈ, ਨਹੀਂ ਕੋਈ ਕਮਾਈ ਵਾਲਾ ਨਹੀਂ। 22 ਪਖੰਡੀ ਜੇ, ਪਰ ਚੇਤੇ ਰੱਖੋ 22 ਪਿੱਛੇ ਇੱਕ ਬੈਠਾ ਹੈ ਗੁਰੂ ਤੇਗ ਬਹਾਦਰ, ਜਿਹੜਾ ਸੱਚ ਦੀ ਮੂਰਤ ਹੈ। ਪਰ ਸਾਨੂੰ 22 ਦਿਸਦੇ ਨੇ, ਇੱਕ ਤਾਂ ਦਿਸਦਾ ਹੀ ਨਹੀਂ ਪਿਆ। ਬਹੁ ਗਿਣਤੀ ਵੋਟਾਂ ਦਾ ਰਾਜ ਹੈ ਨਾ, ਪਖੰਡੀ ਦੇਖੀ ਜਾਂਦੇ। ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਉਹ ਸੇਵਾ ਕਰ ਰਹੇ ਸਨ। ਝਾੜੂ ਦਾ ਮਤਲਬ ਸੇਵਾ ਕਰਨੀ, ਬਾਟੇ ਦਾ ਮਤਲਬ ਜੋ ਸੁੱਕਾ ਮਿੱਸਾ ਮਿਲੇ ਛਕਣਾ। ਤੇ ਉਹ ਰੱਸੀਆਂ ਵੱਟਣ ਪਏ, ਉਹ ਆਪ ਨਾ ਕਿਰਤ ਕਰਦੇ ਸਨ, ਰੱਸੀਆਂ ਵੱਟ ਕੇ ਰੋਟੀ ਖਾਣੀ ਵੇਚ ਕੇ, ਰੱਸੀਆਂ ਵੱਟਣ ਪਏ।
ਤੇ ਕਿਸੇ ਪੁੱਛ ਲਿਆ ਬਾਬਾ ਜੀ ਦਿਨ ਰਾਤ ਰੱਸੀਆਂ ਕਾਹਦੇ ਲਈ ਵੱਟੀ ਦੇ, ਤੁਸੀਂ ਕਿਹੜੀਆਂ ਮੱਝਾਂ ਗਾਵਾਂ ਰੱਖੀਆਂ ਨੇ ਤੇ ਨਾਲੇ ਤੁਸੀਂ ਨਾਮ ਜਪਦੇ ਹੋ ਨਾ ਰੱਸੇ। ਉਹ ਕਹਿਣ ਲੱਗੇ ਨਾਮ ਜਪ ਕੇ ਜਿਹੜੇ ਰੱਸੇ ਵੱਟਣਾ ਪਿਆ ਇਹ ਜਮਦੂਤਾਂ ਲਈ ਵੱਟਣਾ, ਉਹ ਲੋਕਾਂ ਨੂੰ ਫਾਈਆਂ ਪਾਉਂਦੇ ਨੇ, ਸਿੱਖ ਉਹਦੇ ਗਲ 'ਚ ਪਾਈ ਪਾਏਗਾ। ਦੇਖੋ ਸਿਮਰਨ ਕਰਨ ਵਾਲਾ ਉਹਦੇ ਸਾਹਮਣੇ ਜਮਦੂਤ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੜ ਜਾਏ। ਜਦੋਂ ਪਤਾ ਲੱਗ ਗਿਆ ਬਾਬੇ ਨਾਨਕ ਦਾ ਸਿੱਖ ਹੋਏ, ਜਪਜੀ ਸਾਹਿਬ ਪੜ੍ਹਨ ਵਾਲਾ ਸਿੱਖ ਓਏ, ਗੁਰੂ ਕੀ ਬਾਣੀ ਦਾ ਸਿੱਖ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਅੰਮ੍ਰਿਤ ਛਕਿਆ, ਚੇਤੇ ਰੱਖਿਓ ਉਹਨੂੰ ਜਮਦੂਤ ਨਹੀਂ ਲੈਣ ਆਉਂਦਾ, ਉਹਨੂੰ ਗੁਰੂ ਲੈਣ ਆਉਂਦਾ, ਉਹਨੂੰ ਸਤਿਗੁਰੂ ਲੈਣ ਆਉਂਦੇ ਨੇ, ਉਹਨੂੰ ਮਹਾਂਪੁਰਖ ਲੈਣ ਆਉਂਦੇ ਨੇ। ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਕਹਿਣ ਲੱਗੇ ਤੁਮਰੇ ਭਜਨ ਕਟੈ ਜਮ ਫਾਂਸਾ, ਤੇਰਾ ਭਜਨ ਤਾਂ ਕਰਨਾ ਮੈਂ ਜਮਾਂ ਦੀ ਫਾਈ ਕੱਟਣੀ ਹੈ। ਭਗਤ ਖੇਤ ਗਾਵੇ ਰਵਿਦਾਸਾ, ਤੇਰੀ ਭਗਤੀ ਦੀ ਖਾਤਰ, ਤੇਰੇ ਸਿਮਰਨ ਦੀ ਖਾਤਰ, ਤੇਰੀ ਮੁਹੱਬਤ ਦੀ ਖਾਤਰ ਰਵਿਦਾਸ ਤੈਨੂੰ ਗਾ ਰਿਹਾ ਹੈ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਸਵੀਕਾਰ ਕਰਨੀਆਂ। ਬਸ ਇੱਕੋ ਅਰਦਾਸ ਕਰੋ, ਪ੍ਰੇਮ ਪੈਦਾ ਹੋ ਜਾਏ। ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਉਹਨਾਂ ਦਾ ਜੀਵਨ ਕਿਤੇ ਪੜ੍ਹੋ। ਪਿਛਲੇ ਦਿਨੀ ਇੱਕ ਸੱਜਣ ਨੇ ਪਟਿਆਲਾ ਯੂਨੀਵਰਸਿਟੀ ਦੇ PhD ਕੀਤੀ ਬਾਬਾ ਜੀ ਦੇ ਜੀਵਨ 'ਤੇ, ਉਹਦਾ ਥੀਸਿਸ ਮੈਂ ਪੜ੍ਹਿਆ। ਮੈਂ ਉਹਨੂੰ ਫੋਨ ਕੀਤਾ, ਮੈਂ ਵਾਹ ਵੀ ਸੱਜਣਾ, ਇੰਨੀ ਲਿਆਕਤ ਲੈ ਕੇ ਵੀ ਤੇਰੇ ਅੰਦਰ ਦੀ ਭਾਵਨਾ, ਉਹਦੇ 'ਚ ਇੱਕ ਉਹਨਾਂ ਅਰਥ ਕੀਤੇ ਪ੍ਰੇਮ ਦੇ। ਮੈਂ ਇੱਕ ਵਾਰੀ ਉਸ ਗੁਰੂ ਘਰ ਕੀਤੇ ਸਨ, ਮੈਨੂੰ ਯਾਦ ਹੈ। ਕਿਸੇ ਪੁੱਛਿਆ ਬਾਬਾ ਜੀ ਪ੍ਰੇਮ ਦੇ ਅਰਥ ਕੀ? ਉਹਨਾਂ ਕਿਹਾ ਬੜੇ ਸੌਖੇ ਅਰਥ ਨੇ। ਪ੍ਰੇਮ ਦਾ ਅਰਥ ਹੈ ਪਰੇ ਮੈਂ, ਜਿੱਦਣ ਮੈਂ ਨੂੰ ਪਰੇ ਕਰ ਦੇਂਗਾ ਬਾਕੀ ਜੋ ਕੁਝ ਰਹਿ ਜਾਣਾ ਪ੍ਰੀਤ ਹੀ ਰਹਿ ਜਾਣੀ। ਮੈਂ ਨੂੰ ਪਰੇ ਕਰ ਦੇ। ਸਤਿਗੁਰੂ ਕਿਰਪਾ ਕਰਨ, ਅਸੀਂ ਪੁਕਾਰੀਏ ਤੇ ਪ੍ਰੇਮ ਵਾਲੇ ਦੀ ਸੰਗਤ ਕਰੀਏ। ਹੁਣ ਅਸੀਂ ਕਹਿੰਦੇ ਪ੍ਰੇਮ ਕਿਵੇਂ ਪਏ? ਯਾਦ ਰੱਖਿਓ, ਗਲਤ ਸੁਸਾਇਟੀ ਵਿੱਚ ਬੱਚਾ ਪੈ ਜਾਏ ਤੇ ਕਹਿਣ ਦੀ ਲੋੜ ਨਹੀਂ, ਆਪਣੇ ਆਪ ਗਲਤ ਹੋ ਜਾਂਦਾ ਹੈ। ਤੇ ਜੇ ਪ੍ਰੇਮ ਵਾਲਿਆਂ ਦੀ ਸੰਗਤ ਪੈ ਜਾਏ ਤੇ ਪ੍ਰੇਮੀ ਹੋ ਜਾਏਗਾ। ਇਹਨੂੰ ਸਤਿਗੁਰੂ ਨੇ ਕਿਹਾ ਕਿ ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਹਿਕ ਡੂ ਹਿਕ ਚਾੜੇ ਖੋਂ ਕਿਸ ਚਤਹੀਆ, ਹਿਕ ਡੂ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ। ਫੁਰਨਾ ਬਣ ਗਿਆ ਨਾ ਵੇਖ ਕੇ, ਤਿਨਾ ਦੇਖ ਮਨ ਚਾਉ ਉਠੰਦਾ ਹੋਂ ਕਦ ਪਾਈ ਗੁਣ ਤਾਸਾ ਕਦੋਂ ਮਿਲੇ, ਕਰਮਹੀਣ ਸਭ ਸੁਹਾਗਣ ਮਨ, ਕਰਮਹੀਣ ਤਨ ਕਰੇ ਬਿਨੰਤੀ ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ, ਇੱਕ ਰਾਤ ਦੇ ਦੇ ਮੁਰਾਰੀ, ਇੱਕ ਦੇਵੋ ਰਾਤ ਮੁਰਾਰੀ। ਮੇਰੀ ਬੇਨਤੀ ਹੈ ਸਤਿਗੁਰੂ ਕਿਰਪਾ ਕਰੇ, ਪ੍ਰੇਮ ਨਾਲ ਭਿੱਜੇ ਕੋਈ ਹਿਰਦਿਆਂ ਦੀ ਸੰਗਤ ਬਣੇ। ਉਹ ਸੰਗਤ ਜਿਹਦੇ ਸੰਗਤ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ ਬੈਠਣ ਦਾ ਚਾਅ ਬਣੇ। ਸਭ ਦਾ ਤਹਿ ਦਿਲੋਂ ਧੰਨਵਾਦ। ਮੈਂ ਪਹਿਲੀ ਵਾਰ ਇਸ ਅਸਥਾਨ 'ਤੇ ਦਰਸ਼ਨ ਕੀਤੇ ਨੇ ਆਪ ਸੰਗਤਾਂ ਦੇ, ਪ੍ਰਬੰਧਕ ਵੀਰਾਂ ਦਾ, ਭਾਈ ਸਾਹਿਬ ਹੋਣਾ ਦਾ, ਕੀਰਤਨੀਏ ਗੁਰਸਿੱਖਾਂ ਦਾ, ਸਭ ਦਾ ਧੰਨਵਾਦ ਜੀ। ਕਿਉਂਕਿ ਤੀਸਰੀ ਕਥਾ ਹੈ, ਸੁਬਾਹ ਫਿਰ 2 ਕਰਨੀਆਂ ਨੇ ਤੇ ਮੈਂ ਤੁਹਾਡੇ ਤੋਂ ਇਸੇ ਕਥਾ ਨਾਲ ਹੀ ਖਿਮਾ ਮੰਗਾਂਗਾ। ਕੋਈ ਲਫ਼ਜ਼ ਕੋਈ ਸ਼ਬਦ ਬੋਲਦਿਆਂ ਮੇਰੇ ਤੋਂ ਭੁੱਲ ਹੋਈ ਹੈ, ਕਿਰਪਾ ਕਰਕੇ ਮੇਰੇ ਲਈ ਅਰਦਾਸ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।